जी। कमाले करामात कायम करीम, रजा बख्श राजक रिहा कुन रहीम। कमाले करामात कायम करीम, राजा बख्श राजक रिहा कुन रहीम। इमाम बख्श बख्शन दयो दस्तगीरा, खता बख्श रोजी दो दिल पजीरा। शैन शाहे खूबी दियो रै नमो, के बेगून बेचून चूं बेनमू। ना साजो ना बाजो ना फौजो ना फर्श, खुदावंद बख्शिंदे ओ ऐसे अर्श। चिया सुध के चूं बचगां कुस्ता चार, के बाकी बेमादस्त पचीदा मार। चूं का राज हमा हीलते दर गुजस्त, हलाल बुरदन बशमसीर दस्तां। गुरशनारे के कारे कुनद चेहल नार, के दै लख बर आयद बरो बेखबर। धन जियो तैं को जग में मुख ते हर चित में जुद विचारे। दे अनित नानित रहे जस नाम चढ़े पव सागर तारे। धीरज धाम बनाए हो तन बुद्ध सुदीप कजों जियारे। ज्ञाने की बढ़नी मनो हाथ लै, कातरता कुतवार बहारे। डगमग छाड़ रे मन बौरा, अब तो जरे मरे सिद्ध पाइए। लीनो हाथ संदौरा। वाहिगुरु जी का खालसा, वाहिगुरु जी की फतेह। परम सत्कार जो गुरु प्यारी गुरु सवारी साध संगत जी, ਅੱਜ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਧੰਨ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਬਾਰੇ ਆਪਾਂ ਅੱਜ ਵਿਚਾਰ ਕਰਨੀ ਹੈ ਕਿ ਅੱਜ 8 ਪੋਹ ਹੈ ਤੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ 6 ਪੋਹ ਦੀ ਰਾਤ ਨੂੰ ਆਨੰਦਗੜ੍ਹ ਦਾ ਕਿਲ੍ਹਾ ਛੱਡਦੇ ਨੇ ਤੇ 7 ਪੋਹ ਸ਼ਾਮਾਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੱਕ ਪਹੁੰਚ ਜਾਂਦੇ ਨੇ ਤੇ 8 ਪੋਹ ਨੂੰ ਜਿਹੜਾ ਵਾ ਉਹ ਭਾਰੀ ਜੰਗ ਹੁੰਦਾ ਹੈ, ਕਿਉਂਕਿ ਉਦੋਂ ਇਹ ਜਨਵਰੀਆਂ ਫਰਵਰੀਆਂ ਨਹੀਂ ਸੀ ਹੁੰਦੀਆਂ। ਜਿੱਦਾਂ ਕਹਿੰਦੇ ਵੀ 21 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਇੱਥੇ ਆ ਗਏ ਸੀ ਤੇ 22 ਦਸੰਬਰ ਨੂੰ ਜੰਗ ਹੋਈ ਆ। ਉਦੋਂ ਦਸੰਬਰਾਂ ਜਨਵਰੀਆਂ ਫਰਵਰੀਆਂ ਨਹੀਂ ਸੀ ਹੁੰਦੀਆਂ, ਉਦੋਂ ਜੇਠ ਹਾੜ ਸੌਣ ਭਾਦੋਂ ਵਧੀਆਂ ਤੇ ਸੁਧੀਆਂ ਹੁੰਦੀਆਂ ਸੀ। ਆ ਜਿਹੜੇ ਸਾਡੇ ਗੁਰਪੁਰਬ ਅੱਗੇ ਆਉਂਦੇ, ਉਹਦਾ ਕਾਰਨ ਇਹ ਆ ਕਿ ਉਹ ਜਿਹੜੇ ਸਾਡੇ ਗੁਰਪੁਰਬ ਨੇ ਵਧੀਆਂ ਤੇ ਸੁਧੀਆਂ ਮੁਤਾਬਕ ਆਉਂਦੇ ਨੇ, ਤਾਂ ਉਹ ਦੇਸੀ ਤਰੀਕ ਤੋਂ ਅੱਗੇ ਪਿੱਛੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ 8 ਪੋਹ ਨੂੰ ਭਾਰੀ ਜੰਗ ਚਮਕੌਰ ਵਿੱਚ ਹੁੰਦਾ ਹੈ।
ਤੇ 9 ਪੌਹ ਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਉਸ ਚਮਕੌਰ ਦੀ ਗੜੀ ਨੂੰ ਰਾਹ ਛੱਡ ਕੇ ਤੁਰ ਜਾਂਦੇ ਨੇ। 11 ਤੇ 12 10 ਤੇ 11 ਪੋਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਾਛੀਵਾੜੇ ਪਹੁੰਚ ਜਾਂਦੇ ਨੇ। 12 ਤੇ 13 ਨੂੰ ਮਹਾਰਾਜ ਇੱਥੋਂ ਤੁਰ ਪੈਂਦੇ ਨੇ। ਕੋਈ ਬਹੁਤਾ ਲੰਮਾ ਸਮਾਂ ਨਹੀਂ, ਇੱਕ ਦੋ ਰਾਤਾਂ ਹੀ ਇਕੱਠੀਆਂ ਮਾਰਨੇ ਮਾਛੀਵਾੜਾ ਸਾਹਿਬ। ਤੇ 14 ਪੋਹ ਨੂੰ ਭਾਈ ਨਗਾਈਆ ਜੀ ਮਿਲ ਜਾਂਦਾ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੂੰ। ਤੇ ਉੱਥੋਂ ਘੋੜਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ 15-16 ਪੋਹ ਨੂੰ ਮਹਾਰਾਜ ਰਾਏ ਕੱਲੇ ਕੋ ਪਹੁੰਚ ਜਾਂਦੇ ਨੇ। ਇਹ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਰਹੇ ਹਫ਼ਤੇ ਵਿੱਚ ਮਹਾਰਾਜ ਦੇ ਨਾਲ ਜੋ ਕੁਛ ਵਾਪਰਿਆ। ਸੋ 6, 7, 8, 9, 10, 11, 12, 13, 14 ਪੋਹ ਤੱਕ ਜੋ ਹੋਇਆ। ਆਓ ਆਪਾਂ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਤੇ ਉਹਨਾਂ ਦੇ ਜੋ ਚਮਕੌਰ ਸ਼ਹੀਦ ਹੋਏ ਸਿੰਘ ਨੇ ਉਹਨਾਂ ਨੂੰ ਪ੍ਰਣਾਮ ਕਰੀਏ। ਤੇ ਕਿਸੇ ਗਿਆਨੀ ਨੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨ ਗਿਆਨੀਆਂ ਦੇ। ਕਿਉਂਕਿ ਜਿਹੜਾ ਸਾਡਾ ਪਰਿਵਾਰ ਹੁੰਦਾ ਉਹਦੇ ਵਿੱਚ ਸਾਰੇ ਕਿਸਮ ਦੇ ਬੰਦੇ ਹੁੰਦੇ ਨੇ। ਕੁਝ ਕਮਾਉਣ ਵਾਲੇ ਹੁੰਦੇ ਨੇ, ਕੁਝ ਖਾਣ ਵਾਲੇ ਹੁੰਦੇ ਨੇ, ਕੋਈ ਤੰਦਰੁਸਤ ਹੁੰਦੇ ਨੇ, ਕੋਈ ਬਿਮਾਰ ਹੁੰਦੇ ਨੇ, ਬਿਮਾਰਾਂ ਨੂੰ ਸਾਂਭਣ ਵਾਲੇ ਤੰਦਰੁਸਤ ਹੁੰਦੇ ਨੇ। ਤਾਂ ਪਰਿਵਾਰ ਚੱਲਦਾ ਹੈ। ਜੇ ਸਾਰੇ ਬਿਮਾਰ ਪੈ ਜਾਣ ਤੇ ਸਾਰੇ ਵਿਹਲੜ ਹੋ ਜਾਣ ਤੇ ਤੰਦਰੁਸਤ ਨਾ ਕੋਈ ਪਰਿਵਾਰ ਵਿੱਚ ਹੋਵੇ, ਤੇ ਜੇ ਸਾਰੇ ਖਾਣ ਵਾਲੇ ਹੋ ਜਾਣ, ਵਿਹਲੜ ਹੋ ਜਾਣ ਤੇ ਕੰਮ ਕਰਨ ਵਾਲਾ ਨਾ ਕੋਈ ਹੋਵੇ ਤੇ ਤਾਂ ਵੀ ਪਰਿਵਾਰ ਨਹੀਂ ਚੱਲਦੇ। ਇਸੇ ਤਰ੍ਹਾਂ ਕੌਮਾਂ ਹੁੰਦੀਆਂ ਨੇ। ਕੌਮਾਂ ਦੇ ਵਿੱਚ ਬੜੀਆਂ ਕੈਟੇਗਰੀਆਂ ਹੁੰਦੀਆਂ ਨੇ ਤਾਂ ਕੌਮਾਂ ਚੱਲਦੀਆਂ ਨੇ। ਨਿਰੇ ਮਰਨ ਵਾਲੇ ਨਹੀਂ, ਸ਼ਹੀਦ ਹੋਣ ਵਾਲੇ ਨਹੀਂ ਚਾਹੀਦੇ, ਦਾਨ ਕਰਨ ਵਾਲੇ ਵੀ ਚਾਹੀਦੇ ਨੇ, ਗਿਆਨੀ ਵੀ ਧਿਆਨੀ, ਸਾਰੇ ਕਿਸਮ ਦੇ ਬੰਦੇ ਕੌਮ ਨੂੰ ਚਾਹੀਦੇ ਨੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨ ਗਿਆਨੀਆਂ ਦੇ। ਕਿਉਂਕਿ ਜਿੰਨਾ ਚਿਰ ਸਾਡੀ ਕਿਸੇ ਕੌਮ ਵਿੱਚ ਗਿਆਨੀ ਨਾ ਹੋਣਗੇ ਤਾਂ ਉਹਨਾਂ ਚਿਰ ਕੌਮਾਂ ਨਹੀਂ ਚੱਲਦੀਆਂ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨ ਗਿਆਨੀਆਂ ਦੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨ ਗਿਆਨੀਆਂ ਦੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਦਾਨ ਦਾਨੀਆਂ ਦੇ। ਹੁਣ ਨਿਰੇ ਗਿਆਨੀ ਹੋ ਜਾਣ ਤੇ ਕੋਈ ਦਾਨੀ ਨਾ ਹੋਣ ਤੇ ਫਿਰ ਗਿਆਨੀਆਂ ਦਾ ਰੋਟੀ ਪਾਣੀ ਕਿੱਦਾਂ ਚੱਲੂ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨ ਗਿਆਨੀਆਂ ਦੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਦਾਨ ਦਾਨੀਆਂ ਦੇ। ਹੁਣ ਵੇਖੋ ਦਿੱਲੀ ਵਿੱਚ ਗਿਆਨੀ ਨਹੀਂ ਬਹੁਤੇ ਧਿਆਨੀ ਆਪਣੇ ਦਾਨੀ ਗਏ ਹੋਏ ਨੇ। ਗਿਆਨੀ ਤਾਂ ਹੁਣ ਦਿੱਲੀ ਜਾਂਦੇ ਨਹੀਂ ਆ। ਤੇ ਜੇ ਜਾਣਗੇ ਵੀ 2 ਮਿੰਟ ਸਟੇਜ ਤੇ ਬੋਲ ਕੇ ਆ ਜਾਣਗੇ, ਆਪਣਾ ਵੀਡੀਓ ਬਣਾ ਲੈਣਗੇ ਵੀ ਅਸੀਂ ਵੀ ਹਾਜ਼ਰੀ ਲਵਾ ਆਏ ਹਾਂ। ਕੱਲ੍ਹ ਉੱਥੇ ਇੱਕ ਬੰਦਾ ਗਿਆ ਤੇ ਫੋਟੋਆਂ ਪਾਤੀਆਂ ਨੇ 5-4 ਫੇਸਬੁੱਕ 'ਤੇ ਵੀ ਮਹਾਰਾਜ ਨੇ ਕਿਰਪਾ ਕੀਤੀ, ਮੈਂ ਵੀ ਹਾਜ਼ਰੀ ਲਵਾ ਆਇਆ। ਬਸ ਹਾਜ਼ਰੀ ਲਵਾਉਣ ਗਿਆ ਸੀ, ਹੋਰ ਮਤਲਬ ਨਹੀਂ ਸੀ ਉਹਦਾ ਵੀ ਦਿਖਾਉਣਾ ਵੀ ਮੈਂ ਵੀ ਉਸ ਸੰਘਰਸ਼ ਵਿੱਚ ਹਿੱਸਾ ਪਾ ਕੇ ਆਇਆ। ਆਪਣੀ ਫੇਸਬੁੱਕ 'ਤੇ ਦਿਖਾਉਣਾ ਚਾਹੁੰਦੇ ਨੇ ਬਹੁਤੇ ਹੀ। ਮੈਂ ਕਹਿ ਰਿਹਾ ਸੀ ਹੁਣ ਉੱਥੇ ਗਿਆਨੀ ਨਹੀਂ ਜਾਣਦੇ, ਉੱਥੇ ਦਾਨੀ ਜਾਣਦੇ ਨੇ। ਤੇ ਉੱਥੇ ਲੰਗਰ ਪਾਣੀ ਚੱਲ ਰਿਹਾ ਦਿੱਲੀ ਦੇ ਆਲੇ ਦੁਆਲੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਗਿਆਨੀਆਂ ਦੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਨਾਲ ਦਾਨ ਦਾਨੀਆਂ ਦੇ। ਗਿਆਨੀ ਤੇ ਦਾਨੀ ਵੀ ਚਾਹੀਦੇ ਨੇ। ਕਿਸੇ ਕਥਨ ਕੀਤਾ ਕੌਮਾਂ ਜੀਂਦੀਆਂ ਫਲਸਫੇ ਨਾਲ ਧਿਆਨੀਆਂ ਦੇ। ਨਿਰੇ ਕਿਤਾਬੀ ਗਿਆਨੀ ਹੋ ਜਾਣ ਤੇ ਮਹਾਂਪੁਰਖ ਨਾ ਕੌਮ ਦੇ ਵਿੱਚ ਹੋਣ, ਅਧਿਆਤਮ ਗਿਆਨੀ ਨਾ ਹੋਣ, ਇਕੱਲੇ ਅੱਖਰਾਂ ਵਾਲੇ ਗਿਆਨੀ ਹੋਣ ਜਾਂਦੇ ਤਾਂ ਵੀ ਕੌਮਾਂ ਨੇ ਜੀਂਦੀਆਂ ਕੁਰਾਹੇ ਪੈ ਜਾਂਦੀਆਂ ਨੇ। ਕਿਉਂਕਿ ਜਿਹੜੇ ਅੱਖਰਾਂ ਦੇ ਗਿਆਨੀ ਹੁੰਦੇ ਨੇ ਉਹਨਾਂ ਕੋਲ ਤੱਤ ਗਿਆਨ ਨਹੀਂ ਹੁੰਦਾ। ਉਹ ਤਰਕਾਂ ਕਰਦੇ ਨੇ, ਉਹ ਕੌਮ ਦੇ ਵਿੱਚ ਬਖੇੜੇ ਪੈਦਾ ਕਰਦੇ ਨੇ, ਝਗੜੇ ਪੈਦਾ ਕਰਦੇ ਨੇ। ਪਰ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਕੋਲ ਤੱਤ ਗਿਆਨ ਹੁੰਦਾ ਹੈ।
ਗੱਲਾਂ ਸਾਰੀਆਂ ਹੀ ਚੰਗੀਆਂ ਨੇ ਤੇ ਗਿਆਨੀ ਵੀ ਚਾਹੀਦੇ ਨੇ, ਧਿਆਨੀ ਵੀ ਚਾਹੀਦੇ ਨੇ, ਪਰ ਗੱਲਾਂ ਸਾਰੀਆਂ ਚੰਗੀਆਂ ਨੇ ਪਰ ਕੌਮਾਂ ਜੀਂਦੀਆਂ ਨਾਲ ਕੁਰਬਾਨੀਆਂ ਦੇ। ਕੁਰਬਾਨੀਆਂ ਦੇਣ ਵਾਲੇ ਵੀ ਮਹਾਰਾਜ ਕਹਿੰਦੇ, ਸਿਆਣੇ ਕਹਿੰਦੇ ਵੀ ਚਾਹੀਦੇ ਨੇ। ਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਇਹ ਆ ਵੀ ਇਹ ਲੜਾਈਆਂ ਹੋਈਆਂ ਕਿਉਂ? ਗੁਰੂ ਪੀਰਾਂ ਦੇ ਨਾਲ, ਮਹਾਂਪੁਰਖਾਂ ਦੇ ਨਾਲ ਦੁਨੀਆਦਾਰ ਕਿਉਂ ਲੜਦੇ ਨੇ? ਉਹਨਾਂ ਨੇ ਕੁਛ ਇਹਨਾਂ ਕੁਛ ਲੈਣਾ ਨਹੀਂ ਹੁੰਦਾ, ਕੋਈ ਇਹਨਾਂ ਦੇ ਨਾਲ ਕੋਈ ਵਡਾਉਣਾ ਨਹੀਂ ਹੁੰਦਾ, ਪਰ ਫੇਰ ਵੀ ਇਹ ਲੋਕ ਕਿਉਂ ਲੜਦੇ ਨੇ ਸੰਤਾਂ ਦੇ ਨਾਲ, ਮਹਾਂਪੁਰਖਾਂ ਗੁਰੂਆਂ ਪੀਰਾਂ ਦੇ ਨਾਲ? ਕਿਉਂ ਇਸ ਤਰ੍ਹਾਂ ਹੁੰਦਾ ਧਰਤੀ ਦੇ ਉੱਤੇ? ਕਿਉਂਕਿ ਆਂਦੇ ਆ ਨਾ ਵੀ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਾਰਨਾ ਵੀ ਪਾਪ ਆ। ਜੇ ਤਾਈਓ ਤੇ ਕਬੀਰ ਸਾਹਿਬ ਨੇ ਕਿਹਾ ਸੀ ਵੀ ਕਬੀਰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਠ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਜਿਹੜਾ ਗਰੀਬਾਂ ਦੇ ਪੱਖ ਵਿੱਚ ਖਲੋਂਦਾ ਤੇ ਕਬੀਰ ਸਾਹਿਬ ਉਸ ਨੂੰ ਵੀ ਸੂਰਮਾ ਬੋਲਦੇ ਨੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੈਸਾ ਕੋਈ ਸੂਰਮਾ ਧਰਤੀ ਤੇ ਹੋ ਨਹੀਂ ਸਕਦਾ। ਅੱਜ ਜਫਰਨਾਮੇ ਦੇ ਵਿੱਚੋਂ ਕੁਝ ਗੱਲਾਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਬਾਰੇ ਆਪਾਂ ਸਾਂਝੀਆਂ ਕਰਨੀਆਂ ਨੇ। ਇੱਕ ਬਗਦਾਦ ਦਾ ਬਹੁਤ ਵੱਡਾ ਕਵੀ ਹੋਇਆ ਹੈ, ਉਹਨੇ ਬੜੇ ਗ੍ਰੰਥ ਲਿਖੇ ਨੇ, ਬੜੀਆਂ ਕਿਤਾਬਾਂ ਲਿਖੀਆਂ ਨੇ, ਪਰ ਉਹ ਫਾਰਸੀ ਦਾ ਵਿਦਵਾਨ ਸੀ ਤੇ ਉਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਤੇ ਪੰਜਾਬੀ ਜਾਣਦੇ ਹੋਣਗੇ, ਫਾਰਸੀ ਕਿੱਥੋਂ ਜਾਣ ਲੈਣਗੇ। ਪਰ ਜਿੱਦਣ ਜਫਰਨਾਮੇ ਦੀ ਚਿੱਠੀ ਉਸ ਨੂੰ ਮਿਲੀ, ਉਹਨੇ ਪੜ੍ਹੀ ਨਾ ਜਦੋਂ ਚਿੱਠੀ, ਜਫਰਨਾਮਾ ਜਿਹਨੂੰ ਅਸੀਂ ਕਹਿੰਦੇ ਹਾਂ, ਜਫਰਨਾਮੇ ਦਾ ਮਤਲਬ ਜੰਗ ਫਤਿਹ ਦੀ ਚਿੱਠੀ। ਤੇ ਜਦੋਂ ਉਸ ਕਵੀ ਨੇ, ਇਰਾਕ ਦਾ ਰਹਿਣ ਵਾਲਾ, ਬਗਦਾਦ ਦਾ ਰਹਿਣ ਵਾਲਾ ਕਵੀ ਸੀ, ਤੇ ਜਦੋਂ ਉਹਨੇ ਸੋਚਿਆ ਵੀ ਗੁਰੂ ਗੋਬਿੰਦ ਸਿੰਘ ਤਾਂ ਇੱਕ ਪੰਜਾਬੀ ਨੇ, ਲੜਾਈਆਂ ਝਗੜੇ ਕਰਦੇ ਨੇ, ਤੇ ਉਹਨਾਂ ਨੂੰ ਕੀ ਪਤਾ ਫਾਰਸੀ ਕਿਵੇਂ ਲਿਖੀ ਜਾ ਸਕਦੀ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਲੜਾਈਆਂ ਝਗੜਿਆਂ 'ਚ ਗੁਜ਼ਾਰ ਛੱਡੀ ਹੋਵੇ ਤੇ ਪੰਜਾਬ ਵਿੱਚ ਰਹਿੰਦੇ ਹੋਣ, ਤੇ ਉਹਨਾਂ ਨੂੰ ਕੀ ਪਤਾ ਫਾਰਸੀ ਕੀ ਹੁੰਦੀ ਆ। ਉਹ ਕਵੀ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਉਹ ਬਹੁਤ ਵੱਡਾ ਲਿਖਾਰੀ ਹੋਇਆ ਫਾਰਸੀ ਦਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਹਨੂੰ ਇੱਕ ਚਿੱਠੀ ਮਿਲ ਜਾਂਦੀ ਜਫਰਨਾਮੇ ਦੀ, ਤੇ ਉਹ ਵੇਖ ਕੇ ਬੜਾ ਹੈਰਾਨ ਹੋ ਜਾਂਦਾ, ਉਹਦਾ ਹੰਕਾਰ ਸਾਰਾ ਚਕਨਾ ਚੂਰ ਹੋ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਏਡੀ ਸੁੰਦਰ ਲਿਖਤ, ਤੇ ਕੱਲੀ ਸੁੰਦਰ ਲਿਖਤ ਨਹੀਂ, ਇੰਨੇ ਡੂੰਘੇ ਬਚਨ ਵਿੱਚ ਲਿਖਣੇ, ਕੱਲੀ ਸੁੰਦਰਤਾ ਨਹੀਂ ਹੈ। ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਵੀ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੀ ਲਿਖਾਈ ਬੜੀ ਸੁੰਦਰ ਸੀ, ਉਹਨਾਂ ਦਾ ਨਿਸ਼ਾਨਾ ਬੜਾ ਅਚੁੱਕ ਸੀ, ਇਹਦੇ ਪਿੱਛੇ ਕਾਰਨ ਕੀ ਸੀ ਵੀ ਜਦੋਂ ਵੀ ਬੰਦੇ ਦਾ ਧਿਆਨ ਇਕਾਗਰ ਹੋ ਕੇ ਕੋਈ ਕੰਮ ਕਰੇਗਾ, ਉਹ ਲਿਖੇਗਾ ਜਾਂ ਨਿਸ਼ਾਨਾ ਲਾਵੇਗਾ, ਕੁਛ ਵੀ ਜਿਹੜਾ ਵੀ ਧਿਆਨ ਇਕਾਗਰ ਹੋ ਕੇ ਕਰੇਗਾ ਉਹ ਬੜਾ ਵਧੀਆ ਹੋਏਗਾ। ਹੁਣ ਦੇਖੋ ਜਦੋਂ ਨਿਸ਼ਾਨਾ ਲੋਕੀ ਲਾਉਂਦੇ ਨੇ ਬੰਦੂਕ ਦਾ ਜਾਂ ਕੋਈ ਵੀ ਆ, ਤੇ ਕਿੱਦਾਂ ਇਕਾਗਰ ਹੋ ਕੇ ਨਿਸ਼ਾਨਾ ਲਾਉਂਦੇ ਨੇ। ਤੇ ਜਦੋਂ ਕਿਸੇ ਬੰਦਾ ਕੋਈ ਲਿਖਤ ਲਿਖੇ, ਅਗਰ ਉਹਦਾ ਚਿੱਤ ਇਕਾਗਰ ਹੈ, ਟਿਕਿਆ ਹੋਇਆ ਵਾ, ਤੇ ਜਦੋਂ ਲਿਖੇਗਾ ਤੇ ਉਹ ਲਿਖਾਈ ਬੜੀ ਸੁੰਦਰ ਹੋਊਗੀ। ਤੇ ਜੇ ਉਹ ਭਟਕੇ ਹੋਏ ਮਨ ਦੇ ਨਾਲ ਕੁਝ ਲਿਖੇਗਾ ਤੇ ਅੱਖਰ ਸਹੀ ਨਹੀਂ ਲਿਖੇ ਜਾਣਗੇ। ਇਸ ਕਰਕੇ ਉਹਨੇ ਆਖਿਆ ਵੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਫਾਰਸੀ ਦੇ ਵਿਦਵਾਨ ਤਾਂ ਹੈ ਨਹੀਂ, ਨਾ ਲਿਖਾਰੀ, ਪਰ ਜਦੋਂ ਉਹਨੇ ਲਿਖਤ ਵੇਖੀ ਤੇ ਹੈਰਾਨ ਰਹਿ ਗਿਆ ਵੀ ਸੱਚੇ ਪਾਤਸ਼ਾਹ ਏਡੇ ਵੱਡੇ ਵਿਦਵਾਨ ਵੀ ਸਨ। ਆਓ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਦੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੋਂ ਵਿਚਾਰ ਵਟਾਂਦਰਾ ਕਰਦੇ ਨੇ ਵੀ ਕਿਲ੍ਹਾ ਛੱਡ ਕੇ ਜਾਣਾ ਕਿੱਥੇ ਆ।
ਤੇ ਮਹਾਰਾਜ ਦੇ ਧਿਆਨ ਵਿੱਚ ਇਹ ਚਮਕੌਰ ਦੀ ਗੜੀ ਸੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵੀ ਇੱਥੇ ਆ ਚੁੱਕੇ ਨੇ। ਤੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ ਤੇ ਆਉਂਦੇ ਨੇ ਤੇ ਇੱਥੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ। ਸਰਸਾ ਇੱਕ ਸੇਮ ਨਾਲਾ ਵਾ, ਜਿਹੜੀ ਅੱਜ ਕੱਲ੍ਹ ਜਿਹੜਾ ਗੁਰਦੁਆਰਾ ਪਿਆ ਹੋਇਆ ਵਾ ਨਾ ਸਰਸਾ ਦੇ ਕੰਢੇ ਉੱਤੇ, ਉਹ ਨਹਿਰ ਵਾ। ਤੇ ਜਿਹੜਾ ਅਸਲੀ ਸਰਸਾ ਸੇਮ ਨਾਲਾ ਵਾ ਉਹ 2 ਕਿਲੋਮੀਟਰ ਉਸ ਗੁਰਦੁਆਰੇ ਤੋਂ ਹਟਵਾ ਵਾ। ਇਹ ਤੇ 1950 ਦੇ ਵਿੱਚ ਸ਼ਾਇਦ ਇਹ ਨਹਿਰ ਕੱਢੀ ਗਈ ਆ, ਜਿਹੜੀ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜੇ ਦੇ ਲਾਗੋਂ ਦੀ ਲੰਘਦੀ। ਇਹ ਉਹ ਸਰਸਾ ਨਹੀਂ ਹੈ ਜਿੱਥੇ ਪਰਿਵਾਰ ਵਿਛੜਿਆ, ਉਹ 2 ਕਿਲੋਮੀਟਰ ਹਟਵਾ ਵਾ, ਸੇਮ ਨਾਲਾ ਵਾ। ਇਹ ਨਹਿਰ ਉਹਦੇ ਉੱਤੋਂ ਦੀ ਉਹਨਾਂ ਪੁਲ ਬਣਾ ਕੇ ਕੱਢੀ ਹੋਈ ਆ। ਖੈਰ ਇਹ ਫਿਰ ਸੱਚੇ ਪਾਤਸ਼ਾਹ ਜਦੋਂ ਅੱਗੇ ਜਾਂਦੇ ਨੇ ਤਾਂ ਨਿਹੰਗ ਖਾਂ ਦੇ ਘਰ ਜਾ ਕੇ ਮੁੜ ਕੇ ਉੱਥੋਂ ਅੰਮ੍ਰਿਤ ਵੇਲੇ ਮਾਰ ਸੱਚੇ ਪਾਤਸ਼ਾਹ ਉਸ ਗੜੀ ਦਾ ਰੁਖ ਕਰ ਲੈਂਦੇ ਨੇ ਚਮਕੌਰ ਸਾਹਿਬ ਨੂੰ। ਤੇ 7 ਪੋਹ ਨੂੰ ਸ਼ਾਮਾਂ ਤੱਕ ਹੁੰਦਿਆਂ, ਕਿਉਂਕਿ ਮੈਂ ਫੇਰ ਕਹਿ ਦਿਆਂ ਉਦੋਂ ਜਨਵਰੀ ਫਰਵਰੀਆਂ ਨਹੀਂ ਸੀ ਹੁੰਦੀਆਂ, ਉਦੋਂ ਪੋਹ ਮਾਘ ਹੁੰਦੇ ਸੀ। ਤੇ ਉਹਦੇ ਤਰੀਕਾ ਮੁਤਾਬਕ ਇਤਿਹਾਸ ਲਿਖਿਆ ਗਿਆ ਤੇ ਉਹਦੇ ਮੁਤਾਬਕ ਸਾਨੂੰ ਚੱਲਣਾ ਪੈਣਾ। ਉਹ ਫਿਰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਸ਼ਾਮਾਂ ਤੱਕ ਚਮਕੌਰ ਜਿਹੜਾ ਪਿੰਡ ਵਾ ਉਹਦੇ ਬਾਰ-ਬਾਰ ਆਣ ਕੇ ਪੜਾਅ ਕਰਦੇ ਨੇ ਤੇ ਪਿੰਡ ਦੇ ਵਿੱਚ ਸਿੰਘ ਨੂੰ ਭੇਜਦੇ ਨੇ ਵੀ ਇਹ ਜਿਹੜਾ ਗੜੀ ਦਾ ਮਾਲਕ ਆ ਉਹਨੂੰ ਸੱਦ ਕੇ ਲੈ ਕੇ ਆਓ ਸਾਡੇ ਕੋਲ। ਉਹ ਪੂਰਨ ਚੰਦ ਉਹਦਾ ਨਾਂ ਲਿਖਿਆ ਕਿਸੇ ਨੇ, ਇਤਿਹਾਸਕਾਰਾਂ ਨੇ। ਉਹ ਜਦੋਂ ਸਿੰਘ ਉਸ ਗੜੀ ਦੇ ਮਾਲਕ ਨੂੰ ਸੱਦ ਕੇ ਲੈ ਕੇ ਆਉਂਦੇ ਨੇ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਅਸੀਂ ਇੱਥੇ ਹੁਣ ਸਾਡੇ ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਗੜੀ ਵਿੱਚ ਰਹਿ ਕੇ ਤੇ ਫੌਜਾਂ ਦਾ ਮੁਕਾਬਲਾ ਕਰਨਾ ਹੈ। ਉਹ 2 ਭਰਾਵਾਂ ਦੀ ਹਵੇਲੀ ਸੀ ਜੋ ਇਤਿਹਾਸਕਾਰ ਨੇ ਲਿਖਿਆ, ਇੱਕ ਭਰਾ ਮੰਨਦਾ ਇੱਕ ਨਹੀਂ ਮੰਨਦਾ। ਪਰ ਸੱਚੇ ਪਾਤਸ਼ਾਹ ਸ਼ਾਮਾਂ ਨੂੰ ਉਸ ਗੜੀ ਦੇ ਵਿੱਚ ਆਪਣਾ ਨਿਵਾਸ ਕਰ ਲੈਂਦੇ ਨੇ ਸੱਚੇ ਪਾਤਸ਼ਾਹ, ਤੇ ਉਹਨੇ ਚਿਰ ਨੂੰ ਫੌਜਾਂ ਚਮਕੌਰ ਸਾਹਿਬ ਪਹੁੰਚ ਜਾਂਦੀਆਂ। ਹੁਣ ਸੱਚੇ ਪਾਤਸ਼ਾਹ ਰਣ ਨੀਤੀ ਰਾਤ ਨੂੰ ਘੜਦੇ ਨੇ ਵੀ ਸਵੇਰੇ ਹੁਣ ਲੜਨਾ ਕਿਵੇਂ, ਨਾ ਜਾਣਾ ਥੋੜਾ, ਜਿਹੜੀ ਇੰਨੀ ਬੇਸ਼ੁਮਾਰ ਫੌਜ ਆਣ ਕੇ ਬਹਿ ਗਈ ਆ। ਕੋਈ ਇਤਿਹਾਸਕਾਰ 10 ਲੱਖ ਕਹਿੰਦਾ, ਪਰ ਉਹ ਜਿਹੜੀ ਅੱਜ ਕੱਲ੍ਹ ਇੱਕ ਨਵੀਂ ਖੋਜ ਹੋਈ ਆ ਫਾਰਸੀ ਦੇ ਵਿਦਵਾਨਾਂ ਨੇ ਕੀਤੀ ਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਨਾ ਸ਼ੇਰ ਕਿ ਗੁਰਸ਼ਨਾ ਕੇ ਚੇਹਲ ਨਾਰ, ਗੁਰਸ਼ਨਾ ਕੇ ਕਾਰੇ ਕੁਨਦ ਚੇਹਲ ਨਾਰ ਕਿ ਦੈ ਲੱਖ ਬਰੋ ਆਇਦ ਬੇਖਬਰ। ਗੁਰਸ਼ਨਾ ਕੇ ਕਾਰੇ ਕੁਨਦ ਚੇਹਲ ਨਾਰ, ਅਸੀਂ ਗੁਰਸ਼ਨਾ ਭੁੱਖੇ ਬੰਦੇ 40 ਬੰਦੇ। ਇਹ ਮਹਾਰਾਜ ਜੇ ਨਾਂ ਲਿਖਦੇ ਜਫਰਨਾਮੇ 'ਚ ਅਸੀਂ ਇਹਦੇ ਉੱਤੇ ਬੜਾ ਵਿਵਾਦ ਕਰਨਾ ਸੀ ਵੀ ਨਹੀਂ ਜੀ 40 ਨਹੀਂ 45 ਨਹੀਂ 100 ਵਾ 200 ਵਾ, ਇਹ ਤੇ ਝਗੜੇ ਬੜੇ ਕਰਨੇ ਸੀ। ਮਾਰ ਕਹਿੰਦੇ ਅਸੀਂ 40 ਬੰਦੇ ਭੁੱਖੇ ਬੈਠੇ ਹੋਏ ਸਾਂ ਗੜੀ ਦੇ ਅੰਦਰ ਰਾਤ ਨੂੰ, ਤੇ 10 ਲੱਖ ਬਰ ਆਇਦ ਬਰੋ ਬੇਖਬਰ। ਇਹ 10 ਲੱਖ ਦਾ ਅਰਥ ਸਾਡੇ ਗਿਆਨੀ ਜਿਹੜੇ ਕਰਦੇ ਨੇ 10 ਲੱਖ ਕਰਦੇ ਨੇ। ਹਾਲਾਂਕਿ ਲੱਖ ਸ਼ਬਦ ਫਾਰਸੀ ਵਿੱਚ ਨਹੀਂ ਹੈ, ਜਿੱਦਾਂ ਅੰਗਰੇਜ਼ੀ ਵਿੱਚ ਲੱਖ ਸ਼ਬਦ ਨਹੀਂ ਗਾ, 1000 ਸ਼ਬਦ ਨਹੀਂ ਗਾ, ਇਸੇ ਤਰ੍ਹਾਂ ਫਾਰਸੀ ਵਿੱਚ ਲੱਖ ਸ਼ਬਦ ਨਹੀਂ ਆ। ਇਹ ਜਿਹੜਾ 10 ਲੱਖ ਸ਼ਬਦ ਆ ਨਾ, ਇਹਦਾ ਅਰਥ ਜਿਹੜਾ ਹੁਣ ਫਾਰਸੀ ਦੇ ਵਿਦਵਾਨਾਂ ਨੇ ਕੀਤਾ, ਦਹਿ ਮੈਨੇ ਕਾਲਾ ਸੜਿਆ ਹੋਇਆ, ਕਾਲੀਆਂ ਵਰਦੀਆਂ ਵਾਲੀ ਫੌਜ ਤੇਰੀ। 10 ਲੱਖ ਕਾਲੀਆਂ ਵਰਦੀਆਂ ਵਾਲੀ ਤੇਰੀ ਫੌਜ ਬੇਸ਼ੁਮਾਰ ਸਾਡੇ ਤੇ ਆਣ ਪਈ। ਕਿਉਂਕਿ ਅੱਗੇ ਜਾ ਕੇ ਇੱਕ ਸ਼ੇਰ ਵਿੱਚ ਮਾਰ ਸੱਚੇ ਪਾਤਸ਼ਾਹ ਨੇ ਫੇਰ ਜ਼ਿਕਰ ਕਰਨਾ ਕਿ ਹਮ ਆਖਰ ਕੇ ਮਰਦੀ ਕਾਰ ਜਾਨ ਕੁਨ ਦਾ ਕਿ ਬਰ ਚਹਿਲ ਤਨ ਆਇਦਤ ਬੇਸ਼ੁਮਾਰ। ਸਾਡੇ ਤੇ ਬੇਸ਼ੁਮਾਰ ਬੇਗਿਣਤੀ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਸਾਡੇ ਤੇ ਫੌਜ ਆਣ ਪਈ। ਕਿਉਂਕਿ ਸਾਡੇ ਕੌਮ ਦੇ ਗਿਆਨੀਆਂ ਨੂੰ ਇਹ ਵੀ ਹੁਣ ਇਹ ਸਵਾਦ ਪਿਆ ਵੀ ਵੱਧ ਤੋਂ ਵੱਧ ਕਥਾ ਵਿੱਚ ਝੂਠ ਬੋਲੋ, ਕਵੀਸ਼ੀ ਵਿੱਚ ਝੂਠ ਬੋਲੋ। ਉਹ ਮੈਂ ਸੁਣ ਰਿਹਾ ਸੀ ਮਹਿਲ ਸਿੰਘ ਚੰਡੀਗੜ੍ਹ ਵਾਲੇ ਨੂੰ, ਉਹ ਜੋ ਹਰਦੇਵ ਸਿੰਘ ਲੂਲੋਵਾਲ ਨੇ ਆਪਣੀ ਟੇਪ ਵਿੱਚ ਭਰਿਆ ਵੀ ਜਿੱਥੇ ਇਹ 47 ਨਹੀਂ ਪਹੁੰਚ ਜਾਂਦੀ ਉੱਥੇ ਜਿੱਥੇ ਆਪਣਾ
47 ਨਹੀਂ, ਜਿੱਥੋਂ ਤੱਕ ਮਾਰ ਕਰਦੀ ਲਿਖਤ ਉੱਥੋਂ ਤੱਕ ਮਾਰ ਕਰ ਦਿੰਦੀ ਆ। ਇੱਦਾਂ ਦੀਆਂ ਗੱਲਾਂ ਕਰਨ ਦਿਆ ਸੀ। ਉਹ ਸਾਰੀ ਟੇਪ ਉਹਨੇ ਸੁਣੀ ਉਹਦੀ ਹਰਦੇਵ ਸਿੰਘ ਲੂਲੋਵਾਲ ਦੀ। ਉਹ ਸਟੇਜਾਂ 'ਤੇ ਮੁੜ ਕੇ ਗਾਂ ਸੁਣਾਈ ਜਾਂਦਾ। ਇੱਕ ਨੇ ਝੂਠ ਸੁਣਾਇਆ, ਦੂਜੇ ਨੇ ਗਾਂ ਸੁਣਾਤਾ। ਉਹ ਝੂਠ ਝੂਠ ਚੱਲਦਾ, ਉਹ ਇਤਿਹਾਸ ਬਣ ਜਾਂਦਾ। ਉਹ ਚਿੱਠੀ ਪੜ੍ਹ ਕੇ ਔਰੰਗਾ ਮੰਜੀ 'ਤੇ ਪੈ ਗਿਆ। ਮੈਂ ਕੱਲ ਵੀ ਕਥਾ ਕਰਦਾ, ਮੈਂ ਉਹ 95 ਸਾਲ ਦਾ ਤੇ ਬੁੱਢਾ ਸੀ। ਜਿੱਦਣ ਚਿੱਠੀ ਮਿਲੀ ਉਹ ਕੋਈ ਗਰਾਊਂਡਾਂ 'ਚ ਖੇਡਣ ਜਾਂਦਾ ਸੀ ਪਹਿਲੋਂ, ਤੇ ਚਿੱਠੀ ਪੜ੍ਹ ਕੇ ਉਹ ਲੰਮੇ ਪੈ ਗਿਆ। ਵੀ 95 ਸਾਲ ਦੀ ਤੇ ਉਮਰ ਜਦੋਂ ਉਹਨੂੰ ਚਿੱਠੀ ਮਿਲਦੀ ਹੈ, ਤੇ ਮੰਜੀ ਦੇ ਤੋਂ ਪਹਿਲੋਂ ਪਿਆ ਹੋਇਆ ਸੀ ਤੇ 95 ਸਾਲ ਦੀ ਉਮਰ ਆ ਉਹਦੀ। ਇਹ ਸਾਡੇ ਗਿਆਨੀਆਂ ਨੂੰ ਝੂਠ ਮਾਰਨ ਦਾ ਕੋਈ ਸਵਾਦ ਜਿਹਾ ਹੀ ਪਿਆ ਹੋਇਆ। ਉਹ ਫਿਰ ਮਾਰ ਸੱਚੇ ਪਾਤਸ਼ਾਹ ਹੁਣ ਰਾਤ ਨੂੰ ਘੜਦੇ ਨੇ ਰਣਨੀਤੀ ਵੀ ਸਵੇਰੇ ਲੜਿਆ ਕਿਵੇਂ ਜਾਵੇ, ਇੰਨੀ ਵੱਡੀ ਫੌਜ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਕੋਈ ਹੁਣ ਸਾਡੇ ਕੋਲ ਬਹੁਤਾ ਕੋਈ ਲਾਓ ਲਸ਼ਕਰ ਬਣੇਗਾ, ਕੋਈ ਸਾਜੋ ਸਮਾਨ ਬਣੇਗਾ, ਤੇ ਇਹ ਮੁਕਾਬਲਾ ਕਿਵੇਂ ਕੀਤਾ ਜਾਵੇ। ਉਹ ਫਿਰ ਜਦੋਂ ਦਿਨ ਚੜ੍ਹਿਆ 8 ਪੋਹ ਦਾ, 7 ਪੋਹ ਨੂੰ ਗੁਰੂ ਗੋਬਿੰਦ ਸਿੰਘ ਆਣ ਕੇ ਇੱਥੇ ਨਿਵਾਸ ਕਰ ਲੈਂਦੇ ਨੇ, ਤੇ ਜਦੋਂ ਦਿਨ ਚੜ੍ਹਿਆ 8 ਪੋਹ ਦਾ, ਤੇ ਫੌਜ ਦਾ ਪਹਿਲਾ ਜਿਹੜਾ ਸਰਦਾਰ ਸੀ, ਜਰਨੈਲ ਸੀ, ਉਹ ਨਾਰ ਖਾਂ ਸੀ। ਇਹ ਨਾਰ ਖਾਂ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਦਾ ਸਕਾ ਭਰਾ ਵਾ। ਇਹਨੇ ਆਖਿਆ ਕੋਈ ਵੱਡੀ ਗੱਲ ਨਹੀਂ, ਕਿੰਨੇ ਕੁ ਹੋਣਗੇ ਗੜੀ ਦੇ ਅੰਦਰ ਬੰਦੇ, ਕੋਈ 100-200 ਹੋਣਗੇ, ਮੈਂ ਹੁਣੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਨੂੰ ਸਿੰਘਾਂ ਸਮੇਤ ਫੜ ਕੇ ਜਾਂ ਮਾਰ ਕੇ ਬੁਲਾਇਆ ਉਹਨਾਂ। ਇਹ ਜਦੋਂ ਬੜਾ ਹੰਕਾਰੀ ਨਾਰ ਖਾਂ ਚਮਕੌਰ ਦੀ ਗੜੀ ਨੂੰ ਜਾਂਦਾ ਹੈ, ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਗੜੀ ਦੇ ਉੱਪਰ ਬੈਠੇ ਹੋਏ ਵੇਖ ਰਹੇ ਨੇ ਵੀ ਕਿੱਥੋਂ ਤੱਕ ਫੌਜਾਂ ਬੈਠੀਆਂ ਹੋਈਆਂ ਨੇ ਮੁਗਲੀਆ ਸਰਕਾਰ ਦੀਆਂ। ਤੇ ਗੇਟ ਬੂਹਾ ਦਰਵਾਜ਼ਾ ਗੜੀ ਦਾ ਅੰਦਰੋਂ ਬੰਦ ਵਾ, ਤੇ ਅੰਦਰ ਕੋਈ ਵੜ ਨਹੀਂ ਸਕਦਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਪਰ ਬੈਠੇ ਹੋਏ ਦੇਖ ਰਹੇ ਨੇ। ਇਹ ਜਦੋਂ ਗੜੀ ਦੇ ਲਾਗੇ ਆਇਆ, ਕਈ ਇਤਿਹਾਸਕਾਰ ਕਹਿੰਦੇ ਵੀ ਇਹ ਪੌੜੀ ਲਾ ਕੇ ਗੜੀ ਦੇ ਉੱਪਰ ਚੜ੍ਹਨ ਲੱਗਾ, ਪਰ ਜਫਰਨਾਮੇ 'ਚ ਇਸ ਪੌੜੀ ਦਾ ਜ਼ਿਕਰ ਨਹੀਂ ਹੈ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਆਪ ਖੁਦ ਲਿਖਦੇ ਨੇ, ਚੂ ਦੀਦਮ ਕੇ ਨਾਰਦ ਬਿਆਮਦ ਬਜੰਗਾ। ਚੂ ਦੀਦਮ, ਮੈਂ ਆਪਣੇ ਦੀਦਿਆਂ ਦੇ ਨਾਲ, ਆਪਣੇ ਅੱਖਾਂ ਦੇ ਨਾਲ ਨਾਰ ਖਾਂ ਨੂੰ ਗੜੀ ਵੱਲ ਆਉਂਦਾ ਵੇਖਿਆ। ਚੂ ਦੀਦਮ ਕੇ ਨਾਰਦ ਬਿਆਮਦ ਬਜੰਗ, ਤੇ ਉਹ ਸਾਨੂੰ ਫੜਨ ਵਾਸਤੇ, ਸਾਨੂੰ ਖਤਮ ਕਰਨ ਵਾਸਤੇ ਗੜੀ ਵੱਲ ਆ ਰਿਹਾ ਨਾਰ ਖਾਂ। ਤੇ ਮਾਰਕ ਦੇ ਜਦੋਂ ਅਸੀਂ ਉਸ ਨੂੰ ਆਉਂਦਾ ਹੋਇਆ ਤੱਕਿਆ, ਚੂ ਦੀਦਮ ਕੇ ਨਾਰਦ ਬਿਆਮਦ ਬਜੰਗ, ਤਸੀਦੇ ਜੱਕੇ ਮਨ ਤਸੀਦੇ ਜੱਕੇ ਤੀਰ ਮਨ ਬੇਦਰੰਗ। ਬੜੀ ਛੇਤੀ ਦੇ ਨਾਲ ਮਾਰਕ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਅਸੀਂ ਗੜੀ ਦੇ ਲਾਗੇ ਨਹੀਂ ਆਉਣ ਦਿੱਤਾ, ਬੜੀ ਛੇਤੀ ਦੇ ਨਾਲ ਅਸੀਂ ਇੱਕ ਉਹਨੂੰ ਤੀਰ ਬਖਸ਼ ਦਿੱਤਾ। ਤਸੀਦੇ ਜੱਕੇ ਤੀਰ ਮਨ ਬੇਦਰੰਗ, ਝੂਦੀ ਦਮਕੇ ਨਾਰ ਬਿਆਮਦ ਬਜੰਗ, ਤਸੀਦੇ ਜੱਕੇ ਤੀਰ ਮਨ ਬੇਦਰੰਗ। ਸਾਡੇ ਤੀਰ ਦਾ ਉਹਨੇ ਸਵਾਦ ਚਖਿਆ, ਅਥਵਾ ਅਸੀਂ ਉਦੋਂ ਪਾਰ ਬੁਲਾ ਦਿੱਤਾ, ਉਹਦੇ ਤੀਰ ਮਾਰ ਦਿੱਤਾ। ਤੇ ਜਦੋਂ ਸਰਦਾਰ ਮਰ ਜਾਣ ਫੌਜਾਂ ਦੇ, ਫਿਰ ਫੌਜਾਂ ਭੱਜ ਜਾਂਦੀਆਂ ਨੇ। ਉਹ ਜਿੱਦਾਂ ਕਹਿੰਦੇ ਨਾ ਵੀ ਸ਼ਾਹ ਮੁਹੰਮਦਾ ਇੱਕ ਸੱਚੀ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੇ ਜਦੋਂ ਜਰਨੈਲ ਹੀ ਬਾਗੀ ਹੋ ਜੇ, ਜਰਨੈਲ ਹੀ ਭਾਜੇ, ਤੇ ਫੌਜਾਂ ਨਹੀਂ ਲੜਦੀਆਂ ਹੁੰਦੀਆਂ, ਫੌਜਾਂ ਜਰਨੈਲ ਦੇ ਸਿਰ ਤੇ ਲੜਦੀਆਂ ਹੁੰਦੀਆਂ। ਜਿਨ੍ਹਾਂ ਕੌਮਾਂ ਨੇ ਬਹੁਤ ਲੜ ਕੇ ਬਹੁਤ ਪ੍ਰਾਪਤੀਆਂ ਕੀਤੀਆਂ, ਉਹਨਾਂ ਦੇ ਜਰਨੈਲ ਮਹਾਨ ਸਨ। ਉਹ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਅਸੀਂ ਤੀਰ ਮਾਰ ਦਿੱਤਾ ਨਾਰ ਖਾਂ ਨੂੰ, ਤੇ ਨਾਰ ਖਾਂ ਮਰ ਗਿਆ। ਤੇ ਜਦੋਂ ਜਰਨੈਲ ਮਰ ਗਿਆ, ਤੇ ਫੌਜਾਂ ਜਿਹੜੀਆਂ ਸੀ ਜਿਹੜੇ ਗੱਪਾਂ ਮਾਰਦੇ ਸੀ ਬੈਠੇ ਬੈਠੇ ਕੱਲੇ ਕੱਲੇ ਬੱਕਰਾ ਖਾਣ ਵਾਲੇ, ਵੀ ਅਸੀਂ ਤੇ ਹੁਣੇ ਫੜ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਕਹਿੰਦੇ ਉਹ ਝੂਠ ਮਾਰਨ ਵਾਲੇ ਸਾਰੇ ਹੀ ਭੱਜ ਗਏ।
ਜਦੋਂ ਭੱਜ ਗਏ ਤੇ ਪਿੱਛੇ ਇੱਕ ਹੋਰ ਫੌਜਦਾਰ ਖਲੋਤਾ ਸੀ ਜਰਨੈਲ, ਉਹਦਾ ਨਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਫਗਾਨ ਖਾਨ ਲਿਖਿਆ ਕਿ ਅਫਗਾਨੇ ਦੀਗਰ ਬਾ ਜੰਗ ਬਿਆਮਦ ਬਾ ਜੰਗ ਚੂ ਸੈਲੋ ਰਵਾ ਹਮ ਚੋ ਤੀਰੋ ਤਫੰਗ। ਉਹ ਕਹੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਇਹ ਨਾਰ ਖਾਂ ਮਰ ਗਿਆ ਤੇ ਪਿੱਛੇ ਅਫਗਾਨ ਖਾਨ ਸੀ, ਜਦੋਂ ਉਹਨੂੰ ਪਤਾ ਲੱਗਾ ਤੇ ਉਹ ਸਾਡੀ ਗੜੀ ਵੱਲ ਨੂੰ ਭੱਜ ਕੇ ਆਇਆ। ਮਹਾਰਾਜ ਕਹਿੰਦੇ ਕਿਸ ਤਰ੍ਹਾਂ ਭੱਜ ਕੇ ਆਇਆ? ਚੂ ਸੈਲੇ ਰਵਾ ਹਮ ਚੋ ਤੀਰੋ ਤਫੰਗ। ਜਿਸ ਤਰ੍ਹਾਂ ਇੱਕ ਰਫਲ ਵਿੱਚੋਂ ਗੋਲੀ ਨਿਕਲ ਕੇ ਭੱਜਦੀ ਹੈ ਨਾ, ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਅਫਗਾਨ ਖਾਨ ਸਾਡੀ ਗੜੀ ਵੱਲ ਨੂੰ ਭੱਜ ਕੇ ਆਇਆ ਵੀ ਸਾਡਾ ਫੌਜ ਦਾ ਜਰਨੈਲ ਖਾਂ ਨਾਰ ਖਾਂ ਮਾਰ ਦਿੱਤਾ। ਇਹ ਕੌਣ ਲੋਕ ਨੇ? ਤੇ ਉਹਨੂੰ ਬੜਾ ਗੁੱਸਾ ਆਇਆ। ਉਹਨੇ ਆਖਿਆ ਵੀ ਹੁਣ ਗੜੀ ਦੇ ਲਾਗੇ ਨਾ ਜਾਓ, ਗੜੀ ਦਾ ਪਹਿਲਾਂ ਬੂਹਾ ਤੋੜੋ ਤੇ ਬੂਹਾ ਤੋੜ ਕੇ ਅੰਦਰ ਵੜੋ ਤੇ ਫਿਰ ਇਹਨਾਂ ਦਾ ਮੁਕਾਬਲਾ ਕਰਦੇ ਆ। ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਏਡੇ ਮਹਾਨ ਜਰਨੈਲ, ਉਹਨਾਂ ਨੂੰ ਪਤਾ ਸੀ ਫੌਜਾਂ ਕਿਵੇਂ ਲੜਾਉਣੀਆਂ। ਨਿਕੰਮੇ ਜਿਹੜੇ ਜਰਨੈਲ ਹੁੰਦੇ ਆਪਣੀ ਫੌਜਾਂ ਮਰਵਾ ਦਿੰਦੇ ਨੇ, ਜਿਹੜੇ ਚੰਗੇ ਸੂਝਵਾਨ ਜਰਨੈਲ ਹੁੰਦੇ ਨੇ ਫੌਜਾਂ ਲੜਾਉਂਦੇ ਨੇ ਪਰ ਫੌਜਾਂ ਮਰਾਉਂਦੇ ਨਹੀਂ ਹੁੰਦੇ ਆਪਣੀਆਂ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਨੀਤੀ ਰਣਨੀਤੀ ਉਹਨਾਂ ਵੀ ਘੜੀ ਹੋਈ ਹੈ ਵੀ ਗੜੀ ਦਾ ਬੂਹਾ ਤੋੜੋ ਤੇ ਅੰਦਰ ਜਾ ਕੇ ਤੇ ਇਹਨਾਂ ਨੂੰ ਫੜੋ ਜਾਂ ਮਾਰੋ। ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਹੁਣ ਨੀਤੀ ਅਪਣਾ ਲਈ ਵੀ ਇਹਨਾਂ ਨੇ ਬੂਹਾ ਤੋੜ ਕੇ ਅੰਦਰ ਆਣ ਵੜਨਾ ਤੇ ਇੱਥੇ ਲੜਿਆ ਨਹੀਂ ਜਾਣਾ, ਤੇ ਹੋਵੇ ਨਾ ਤੇ ਆਪਾਂ ਜਥੇ ਬਣਾ ਕੇ 5-5 7-7 ਦੇ ਬਾਹਰ ਭੇਜੀਏ ਤੇ ਇਹਨਾਂ ਨੂੰ ਦਰਵਾਜ਼ੇ ਲਾ ਕੇ ਆਉਣ ਹੀ ਨਾ ਦਈਏ। ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਦੇ ਨਾਲ 5 ਸਿੰਘ ਤਿਆਰ ਕੀਤੇ ਤੇ ਉਹਨਾਂ ਨੂੰ ਦਰਵਾਜ਼ਾ ਖੋਲ੍ਹਿਆ ਥੋੜਾ ਜਿਹਾ ਤੇ ਦਰਵਾਜ਼ੇ ਦੇ ਬਾਹਰ ਕੱਢ ਦਿੱਤਾ ਇੱਕ ਪਹਿਲਾ ਜਥਾ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਜਦੋਂ ਪਹਿਲੇ 5 ਸਿੰਘ ਮਹਾਰਾਜ ਨੇ ਭੇਜੇ ਤੇ ਉਹ ਅਫਗਾਨ ਖਾਂ ਬਾਹਰ ਹੀ ਖਲੋਤਾ ਹੋਇਆ ਸੀ। ਮਹਾਰਾਜ ਜ਼ਿਕਰ ਕੀਤਾ ਕਿ ਅਫਗਾਨੇ ਦੀਗਰ ਬਿਆਮਦ ਬਾ ਜੰਗ ਚੂ ਸੈਲੇ ਰਵਾ ਹਮ ਚੋ ਤੀਰੋ ਤਫੰਗ। ਜਦੋਂ ਮਹਾਰਾਜ ਨੇ ਪਹਿਲਾ ਜਥਾ ਆਖਿਆ ਵੀ ਗੜੀ ਦਾ ਬੂਹਾ ਖੋਲ ਕੇ ਬਾਹਰ ਹੋ ਜਾਓ ਤੇ ਬਾਹਰ ਲੜੋ, ਤੇ ਜੇ ਅੰਦਰ ਆ ਗਏ ਤੇ ਫਿਰ ਲੜਿਆ ਨਹੀਂ ਜਾਣਾ। ਇਹ ਮਹਾਰਾਜ ਨੇ ਨੀਤੀ ਅਪਣਾਈ। ਤੇ ਜਦੋਂ ਜਥਾ ਪਹਿਲਾ 5 ਸਿੰਘਾਂ ਦਾ ਬਾਹਰ ਗਿਆ ਬਾਬਾ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ, ਤੇ ਅਫਗਾਨ ਖਾਨ ਨੇ ਫਿਰ ਕੀ ਕੀਤਾ ਵੀ ਉਹ ਮੁਕਾਬਲਾ ਕਰ ਦਿੱਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਸੇ ਹਮਲਾ ਕਰ ਦੰ ਬਾ ਮਰਦਾਨਗੀ। ਉਸ ਨਾਰ ਖਾਨ ਨੇ ਬੜੇ ਹਮਲੇ ਕੀਤੇ ਸਾਡੇ ਜਥੇ ਉੱਤੇ। ਬਸੇ ਹਮਲਾ ਕਰ ਦੰ ਬਾ ਮਰਦਾਨਗੀ। ਉਹ ਮਰਦ ਸੀ, ਬਹਾਦਰ ਸੀ, ਸੂਰਮਾ ਸੀ, ਉਹਨੇ ਬੜੇ ਹਮਲੇ ਕੀਤੇ। ਹਮ ਅੱਜ ਹੋਸਗੀ ਹਮ ਚੇ ਦੀਵਾਨਗੀ। ਕੁਝ ਤਾਂ ਉਹਨਾਂ ਹੋਸ਼ ਦੇ ਨਾਲ ਸਾਡੇ ਨਾਲ ਮੁਕਾਬਲਾ ਕੀਤਾ ਤੇ ਕੁਝ ਅੰਨਾ ਹੋਇਆ, ਤੀਰ ਚਲਾਈ ਗਿਆ ਸਾਡੇ ਵੱਲ। ਮਹਾਰਾਜ ਕਹਿੰਦੇ ਇੱਧਰ ਬਾਬਾ ਅਜੀਤ ਸਿੰਘ ਆ, ਉੱਧਰ ਨਾਰ ਖਾਂ ਹੈ, ਦੋਵਾਂ ਦੀ ਟੱਕਰ ਹੋ ਰਹੀ ਹੈ। ਨਾਰ ਖਾਂ ਵੀ ਮਹਾਰਾਜ ਕਹਿੰਦੇ ਮਰਦ ਆ ਤੇ ਬਾਬਾ ਅਜੀਤ ਸਿੰਘ ਤਾਂ ਹੈ ਹੀ ਮਰਦ, ਸੂਰਮਾ। ਮਹਾਰਾਜ ਕਹਿੰਦੇ ਲੜਦਿਆਂ ਬਸੇ ਹਮਲਾ ਕਰ ਦੰ ਬਾ ਮਰਦਾਨਗੀ। ਹਮ ਅੱਜ ਹੋਸਗੀ ਹਮ ਚੇ ਦੀਵਾਨਗੀ। ਕਹਿੰਦੇ ਉਹ ਸਾਡਾ ਪਹਿਲਾ ਜਥਾ ਅਫਗਾਨ ਖਾਨ ਨੇ ਸਾਰਾ ਸ਼ਹੀਦ ਕਰ ਦਿੱਤਾ। ਅਸੀਂ ਫਿਰ ਦੂਸਰਾ ਜਥਾ ਬੂਹਾ ਖੋਲ ਕੇ ਫਿਰ ਜਥਾ ਅਸੀਂ ਬਾਹਰ ਭੇਜਿਆ ਦੂਸਰਾ। ਤੇ ਮਹਾਰਾਜ ਕਹਿੰਦੇ ਫਿਰ ਬਸੇ ਜ਼ਖਮ ਖੁਰਦ। ਉਹਨੇ ਬੜੇ ਜ਼ਖਮ ਖਾਦੇ ਆਪਣੇ ਸਰੀਰ ਉੱਤੇ, ਜ਼ਖਮਾਂ ਦੇ ਨਾਲ ਉਹਦਾ ਸਰੀਰ ਭਰ ਗਿਆ ਸਾਰਾ ਹੀ ਨਾਰ ਖਾਨ ਦਾ। ਬਸੇ ਜ਼ਖਮ ਖੁਰਦ ਬਸੇ ਹਮਲਾ ਕਰ ਦੰ ਬਸੇ ਜ਼ਖਮ ਖੁਰਦ। ਦੋ ਕੁਸਰਾ ਜਾਂ ਹਾਂ ਸਪੁਰਦ।
ਮਹਾਰਾਜ ਕਹਿੰਦੇ ਉਹਨੇ ਸਾਡੇ 2 ਜਥਿਆਂ ਨੂੰ ਖਤਮ ਕਰ ਦਿੱਤਾ। ਨਾਹਰ ਖਾਂ ਨੇ, ਉਹ ਵੀ ਬਹਾਦਰ ਸੀ। ਅਸੀਂ ਪਹਿਲਾ ਜਥਾ ਭੇਜਿਆ, ਫਿਰ ਦੂਸਰਾ ਭੇਜਿਆ, ਤੇ ਉਹਨੇ ਦੋਵੇਂ ਜਥੇ ਖਤਮ ਕਰ ਦਿੱਤੇ। ਬੜਾ ਬਹਾਦਰ ਸੀ, ਮਹਾਨ ਸੀ ਮਹਾਰਾਜ ਕਹਿੰਦੇ। ਫਿਰ ਮਹਾਰਾਜ ਕਹਿੰਦੇ ਵੀ ਅਸੀਂ ਹੁਣ ਸੋਚਿਆ ਵੀ ਜੇ ਇਹ ਜਿੰਨਾ ਚਿਰ ਨਾਹਰ ਖਾਂ ਜੀਂਦਾ ਹੈ ਸਾਡੀ ਵਾਹ ਪੇਸ਼ ਕੋਈ ਨਹੀਂ ਚੱਲਣੀ, ਇਹ ਬੜਾ ਬਹਾਦਰ ਹੈ। ਫਿਰ ਮਹਾਰਾਜ ਕਹਿੰਦੇ ਫਿਰ ਅਸੀਂ ਇੱਕ ਤੀਰ ਉਸ ਨਾਹਰ ਖਾਂ ਨੂੰ ਮਾਰਿਆ ਤੇ ਨਾਹਰ ਖਾਂ ਮਰ ਗਿਆ। ਤੇ ਬਹੁਤ ਭਾਰੀ ਜੰਗ ਹੋਈ। ਜਦੋਂ ਨਾਹਰ ਖਾਂ ਮਰ ਗਿਆ ਤੇ ਬਾਕੀ ਫੌਜ ਫੇਰ ਪਿੱਛੇ ਹਟ ਗਈ ਗੜੀ ਤੋਂ। ਤੇ ਤੀਸਰਾ ਜਿਹੜਾ ਸਰਦਾਰ ਫੇਰ ਆਇਆ ਖਵਾਜਾ ਮਰਦੂਦ। ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਖਵਾਜਾ ਮਰਦੂਦ ਗੜੀ ਦੇ ਕੋਲ ਆਇਆ ਪਿੱਛੋਂ, ਤੇ ਬੜਾ ਬਹਾਦਰ ਤੇ ਬੜੀਆਂ ਗੱਪਾਂ ਮਾਰਦਾ ਸੀ ਕਿ ਮੈਂ ਹੁਣੇ ਮਾਰ ਦੂੰ, ਹੁਣੇ ਖਤਮ ਕਰ ਦੂੰ, ਮੇਰੇ ਅੱਗੇ ਕੌਣ ਅਟਕ ਸਕਦਾ। ਤੇ ਮਹਾਰਾਜ ਕਹਿੰਦੇ ਜਦੋਂ ਮੈਦਾਨੇ ਜੰਗ ਦੇ ਵਿੱਚ ਆਇਆ ਨਾ, ਤੇ ਇੱਥੇ ਢੇਰ ਲੱਗਾ ਹੋਇਆ ਸੀ, ਸਰੋ ਪਾਏ ਅੰਬੋ ਚੰਦਾ ਸੁਧੈ। ਉਹਨੇ ਜਦੋਂ ਆਣ ਕੇ ਵੇਖਿਆ ਲੱਤਾਂ ਦੇ ਢੇਰ, ਸਿਰਾਂ ਦੇ ਢੇਰ, ਬਾਹਾਂ ਦੇ ਢੇਰ, ਧੜ ਪਏ, ਕਿਸੇ ਦਾ ਹੱਥ ਵੱਢਿਆ, ਕਿਸੇ ਦਾ ਪੈਰ ਵੱਢਿਆ, ਕਿਸੇ ਦਾ ਸਿਰ ਵੱਢਿਆ, ਤੇ ਖੂਨ ਵਗਣ ਦਿਆ। ਤੇ ਮਾਰ ਕਹਿੰਦੇ ਸਾਰੀ ਧਰਤੀ ਐ ਲਾਲੋ ਲਾਲ ਹੋਈ ਪਈ ਆ, ਚਮਕੌਰ ਦੀ ਧਰਤੀ। ਮਾਰ ਕਹਿੰਦੇ ਜਦੋਂ ਉਹ ਆਣ ਕੇ ਉਹਨੇ ਇਹ ਨਜ਼ਾਰਾ ਵੇਖਿਆ ਮੈਦਾਨੇ ਜੰਗ ਦਾ, ਕਿਉਂਕਿ ਬਾਬਾ ਅਜੀਤ ਸਿੰਘ ਵੀ ਸ਼ਹੀਦ ਹੋ ਚੁੱਕੇ ਨੇ, ਜੋਰਾਵਰ ਸਿੰਘ, ਬਾਬਾ ਜੋਰਾਵਰ ਸਿੰਘ ਸ਼ਹੀਦ ਹੋ ਚੁੱਕੇ ਨੇ, ਤੇ 2 ਪਿਆਰਿਆਂ ਨੂੰ ਛੱਡ ਕੇ 3 ਪਿਆਰੇ ਵੀ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ। ਸਾਹਿਬ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਇਹ 3 ਪਿਆਰੇ ਤੇ 2 ਗੁਰੂ ਕੇ ਸਾਹਿਬਜ਼ਾਦੇ। ਤੇ ਮਹਾਰਾਜ ਕਹਿੰਦੇ ਕਿਉਂਕਿ 40 ਸੀ ਮਹਾਰਾਜ ਦੇ ਨਾਲ ਸਿੰਘ, ਤੇ 3 ਨਿਕਲਦੇ, ਗੁਰੂ ਗੋਬਿੰਦ ਸਿੰਘ ਤੇ 3 ਸਿੰਘ ਨਿਕਲ ਜਾਂਦੇ ਨੇ, ਤੇ ਇੱਕ ਗੁਰੂ ਗੋਬਿੰਦ ਸਿੰਘ 4 ਨਿਕਲਦੇ ਨੇ, ਬਾਕੀ 36 ਸ਼ਹੀਦ ਹੋ ਜਾਂਦੇ ਨੇ ਉੱਥੇ। ਤੇ ਮਰ ਕਹਿੰਦੇ ਦਰੇਗਾ ਹੋਏ ਅਗਰ ਰੂ ਮੈਂ ਦੀਦ ਮੈਂ। ਮਰ ਕਹਿੰਦੇ ਜਦੋਂ ਨਾਹਰ ਖਾਂ ਪਠਾਨ ਗੜੀ ਵੱਲ ਆਇਆ ਨਾ ਚਮਕੌਰ ਦੀ, ਤੇ ਅਸੀਂ ਤੱਕ ਰਹੇ ਸਾਂ। ਤੇ ਜਦੋਂ ਉਹਨੇ ਆਣ ਕੇ ਇੱਥੋਂ ਦਾ ਨਜ਼ਾਰਾ ਵੇਖਿਆ ਤੇ ਡਰ ਗਿਆ, ਘਾਬਰ ਗਿਆ ਵੀ ਹੈ ਇੱਥੇ ਕੀ ਹੋਇਆ ਪਿਆ। ਤੇ ਉਹ ਬਾਹਰ ਕਹਿੰਦੇ ਲੁਕ ਗਿਆ, ਦੀਵਾਰ ਦੇ ਉਹਲੇ ਹੋ ਗਿਆ। ਦਰੇਗਾ ਹੋਏ ਅਗਰ ਰੂਏ ਦੀਦ ਮੈਂ ਬੜਾ ਚਿਰ ਤੱਕਦਾ ਰਿਹਾ ਉਹਨੂੰ ਵੀ ਉਹ ਮੈਨੂੰ ਮੂੰਹ ਦਿਖਾਵੇ ਤੇ ਮੈਂ ਉਹਨੂੰ ਤੀਰ ਬਖਸ਼ਾਂ, ਉਹਦਾ ਵੀ ਕੰਮ ਕਰਾਂ। ਪਰ ਮਾਰ ਕਹਿੰਦੇ ਉਹਨੇ ਮੂੰਹ ਨਹੀਂ ਆਪਣਾ ਸਾਨੂੰ ਦਿਖਾਇਆ। ਮੈਂ ਬੜਾ ਚਿਰ ਤੱਕਦਾ ਰਿਹਾ। ਤੇ ਮਹਾਰਾਜ ਫਿਰ ਕਹਿੰਦੇ ਸਮਾਂ ਉਹ ਆ ਗਿਆ, ਸ਼ਾਮਾਂ ਪੈ ਗਈਆਂ। ਤੇ ਪੁਰਾਣੇ ਇੱਕ ਜੰਗਾਂ ਦਾ ਅਸੂਲ ਹੁੰਦਾ ਸੀ ਵੀ ਜਦੋਂ ਸੂਰਜ ਛਿਪ ਜਾਂਦਾ ਸੀ ਨਾ, ਫਿਰ ਲੜਾਈਆਂ ਬੰਦ ਹੋ ਜਾਂਦੀਆਂ ਸੀ। ਸੂਰਜ ਚੜੇ ਲੜਾਈਆਂ ਹੁੰਦੀਆਂ, ਕਿਉਂਕਿ ਉਦੋਂ ਕੋਈ ਚਾਨਣ ਨਹੀਂ ਸੀ ਹੁੰਦਾ, ਲਾਈਟ ਨਹੀਂ ਸੀ ਹੁੰਦੀ, ਕੀ ਪਤਾ ਕੋਈ ਆਪਣਾ ਨਾ ਵੱਢਿਆ ਜਾਵੇ। ਨਾਲੇ ਪੁਰਾਣੇ ਜਿਹੜੇ ਜੰਗ ਹੁੰਦੇ ਸੀ ਉਹ ਅਸੂਲਾਂ ਦੇ ਜੰਗ ਹੁੰਦੇ ਸੀ, ਕਿਸੇ ਕਾਰਨ ਹੁੰਦੇ ਸੀ। ਤੇ ਮਹਾਰਾਜ ਕਹਿੰਦੇ ਨੇ ਫਿਰ ਸਮਾਂ ਆ ਗਿਆ, ਸ਼ਾਮਾਂ ਪੈ ਗਈਆਂ। ਤੇ ਚਿਰਾਗੇ ਜਹਾਨੇ ਸ਼ੁੱਧ ਬੁਰਕਾ ਪੋਸ਼। ਮਰ ਕਹਿੰਦੇ ਜਹਾਨ ਦਾ ਚਿਰਾਗ ਜਿਹੜਾ ਸੀ, ਸੂਰਜ ਜਿਹੜਾ ਸੀ, ਉਹ ਛਪ ਗਿਆ। ਚਿਰਾਗੇ ਜਹਾਨੇ ਸੁਧ ਬੁਰਕਾ ਪੋਸ਼, ਸ਼ਾਹੇ ਸ਼ਬ ਹਮੇ ਜਲਵਾ ਜੋਸ਼। ਤੇ ਮਰ ਕਹਿੰਦੇ ਜਦੋਂ ਸੂਰਜ ਛਿਪ ਗਿਆ ਨਾ, ਤੇ ਰਾਤ ਦਾ ਚੰਦਰਮਾ ਜਿਹੜਾ ਸੀ ਉਹ ਚੜ੍ਹ ਕੇ ਆ ਗਿਆ। ਇਹਦਾ ਮਤਲਬ ਮਰ ਕਹਿੰਦੇ ਬਹੁਤ ਚਮਕਿਆ ਚੰਦਰਮਾ, ਇਹਦਾ ਮਤਲਬ ਪੁੰਨਿਆਂ ਦਾ ਸਮਾਂ ਸੀ, ਉਦੋਂ ਪੁੰਨਿਆਂ ਦੇ ਲਾਗੇ ਚਾਕੇ ਦੀ ਗੱਲ ਆਏ। ਫਿਰ ਮਹਾਰਾਜ ਕਹਿੰਦੇ ਜੰਗ ਬੰਦ ਹੋ ਗਈ। ਸਾਡੇ ਸਿੰਘ ਵੀ ਕਾਫੀ ਸ਼ਹੀਦ ਹੋ ਗਏ, ਉਧਰ ਵੀ ਬਹੁਤ ਵੱਡੀ ਵੱਢ ਟੁੱਕ ਹੋ ਚੁੱਕੀ ਸੀ। ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਹੁਣ ਰਾਤ ਨੂੰ ਫਿਰ ਸਿੰਘਾਂ ਦੇ ਕੋਲ ਬਹਿੰਦੇ ਨੇ, ਤੇ ਹੁਣ ਵਿਚਾਰ ਵਟਾਂਦਰਾ ਕਰਦੇ ਨੇ ਵੀ ਹੁਣ ਸਵੇਰ ਦਾ ਕੀ ਰਣਨੀਤੀ ਆ।
ਤੇ ਸਿੰਘ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਸ਼ਹੀਦ ਹੋ ਗਏ ਇੱਥੇ ਤੇ ਪੰਥ ਦਾ ਕੀ ਬਣੂ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ, ਹੋਰ ਕੀ ਤਰੀਕਾ ਅਪਣਾਇਆ ਜਾ ਸਕਦਾ? ਇੰਨੀ ਫੌਜ ਆਲੇ ਦੁਆਲੇ ਤੇ ਹੁਣ ਕਿਵੇਂ ਕਿਵੇਂ ਨਿਕਲਿਆ ਜਾ ਸਕਦਾ ਇੱਥੋਂ? ਮਹਾਰਾਜ ਕਹਿੰਦੇ ਅਸੀਂ ਸਵੇਰ 9 ਪੋਹ ਜਦੋਂ ਚੜੂਗਾ ਤੇ ਅਸੀਂ ਆਪ ਖੁਦ ਮੈਦਾਨੇ ਜੰਗ ਵਿੱਚ ਲੜਾਂਗੇ। ਸਿੰਘ ਕਹਿਣ ਲੱਗੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਇਦਾਂ ਕਰੋ, ਰਾਤ ਗੜੀ ਚੋਂ ਕਿਸੇ ਤਰੀਕੇ ਦਾ ਨਿਕਲ ਜਾਓ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ, ਇੰਨਾ ਵੱਡਾ ਘੇਰਾ ਪਿਆ ਹੋਇਆ ਵਾ, ਹਨੇਰੀ ਰਾਤੋਂ ਰਾਤ ਵਾ, ਧੁੰਦ ਪਈ ਹੋਈ ਆ, ਠੰਡ ਪਈ ਹੋਈ ਆ, ਤੇ ਬੰਦੇ ਦੇ ਨਾਲ ਬੰਦਾ ਲਾ ਕੇ ਗੜੀ ਦੇ ਆਲੇ ਦੁਆਲੇ ਖਲੋਤਾ ਹੋਇਆ ਵਾ, ਤੇ ਕਿਵੇਂ ਨਿਕਲਿਆ ਜਾ ਸਕਦਾ? ਤੇ ਕਹਿਣ ਲੱਗੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਕੋਈ ਨਾ ਕੋਈ ਤਰੀਕਾ ਅਪਣਾਓ। ਮਹਾਰਾਜ ਕਹਿੰਦੇ ਨਾ ਭਾਈ, ਅਸੀਂ ਨਹੀਂ ਜਾਣਾ, ਲੋਕੀ ਕਹਿਣਗੇ, ਗੱਲਾਂ ਕਰਨਗੇ ਵੀ ਆਪ ਤੁਰ ਗਏ ਤੇ ਲੋਕਾਂ ਨੂੰ ਮਰਵਾ ਦਿੱਤਾ। ਇਤਿਹਾਸ ਬੋਲਦਾ ਕਿ ਫਿਰ ਭਾਈ ਦਇਆ ਸਿੰਘ ਧਰਮ ਸਿੰਘ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ, ਅਸੀਂ 5 ਪਿਆਰਿਆਂ ਦੇ ਰੂਪ ਵਿੱਚ ਹੋ ਕੇ ਤੁਹਾਨੂੰ ਹੁਕਮ ਲਾਉਨੇ ਆ ਕਿ ਪੰਥ ਤੁਹਾਨੂੰ ਹੁਕਮ ਹੈ ਕਰਦਾ, ਗੁਰੂ ਗੋਬਿੰਦ ਸਿੰਘ ਗੜੀ ਵਿੱਚ ਰਹਿ ਨਹੀਂ ਸਕਦਾ। ਕਹਿੰਦੇ 5 ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਲਾ ਦਿੱਤਾ ਵੀ ਕੁਛ ਵੀ ਹੋ ਜੇ, ਤੁਸੀਂ ਗੜੀ ਨੂੰ ਛੱਡ ਕੇ ਰਾਤ ਨੂੰ ਜਾਣਾ। ਤੇ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਮੈਂ ਤੇ ਅੱਗੇ ਬੜੀਆਂ ਮੁਸ਼ਕਲਾਂ ਝੱਲੀਆਂ ਹੋਈਆਂ ਨੇ, ਤੇ ਆ ਕੇ ਨਵੀਂ ਮੁਸ਼ਕਲ ਖੜੀ ਹੋ ਗਈ। ਏਡੇ ਵੱਡੇ ਘੇਰੇ ਚੋਂ ਨਿਕਲਣਾ ਕੋਈ ਛੋਟੀ ਬਾਤ ਨਹੀਂ ਹੈ। ਫਿਰ ਹੁਣ ਸੋਚਿਆ ਵੀ ਨਾਲ ਕਿਹਨੂੰ ਕਿਹਨੂੰ ਖੜਨਾ ਤੇ ਬਾਕੀਆਂ ਨੂੰ ਇੱਥੇ ਕਿਹਨੂੰ ਕਿਹਨੂੰ ਰਹਿਣ ਦੇਣਾ। ਹੁਣ ਜੇ ਸਾਰੇ ਰਾਤ ਨੂੰ ਨਿਕਲ ਜਾਂਦੇ ਨਾ, ਵੇਖੋ ਮਹਾਰਾਜ ਵੇਖ ਕਿੱਡੀ ਵੱਡੀ ਉਹਨਾਂ ਦੀ ਸੋਚ ਹੈ ਵੀ ਜੇ ਸਾਰੇ ਰਾਤ ਨੂੰ ਨਿਕਲ ਜਾਂਦੇ ਤੇ ਦਿਨ ਚੜ੍ਹਦੇ ਨੂੰ ਪਤਾ ਲੱਗ ਜਾਣਾ ਗੜੀ ਖਾਲੀ ਹੈ, ਤੇ ਰਾਤ ਨੂੰ ਨਿਕਲ ਗਏ ਤੇ ਉਹਨਾਂ ਨੇ ਉੱਥੇ ਘੇਰਾ ਪਾ ਲੈਣਾ ਇਸ ਦਿਨ ਚੜ੍ਹਦੇ ਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ 8-10 ਸਿੰਘ ਗੜੀ ਦੇ ਵਿੱਚ ਰਹਿਣ ਦਿੱਤੇ ਤੇ 3 ਸਿੰਘ ਨਾਲ ਲੈ ਲਏ, ਦਇਆ ਸਿੰਘ, ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ। ਤੇ ਮਹਾਰਾਜ ਅੱਧੀ ਰਾਤ ਦੇ ਸਮੇਂ ਜਦੋਂ ਸਾਰੇ ਮੁਗਲ ਸੌਂ ਗਏ, ਫੌਜਾਂ ਸੌਂ ਗਈਆਂ, ਅੱਧੀ ਰਾਤ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਅਸੀਂ ਅੱਗੇ ਅੱਗੇ ਜਾਵਾਂਗੇ, ਕੱਲੇ ਕੱਲੇ ਕਰਕੇ ਨਿਕਲਣਾ ਗੜੀ ਦੇ ਵਿੱਚੋਂ। ਕਈ ਤਾਂ ਕਹਿੰਦੇ ਵੀ ਨਗਾਰੇ ਵਜਾ ਦਿੱਤੇ ਤੇ ਉਹ ਕਰਦਾ, ਨਹੀਂ 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 ਮਹਾਰਾਜ ਐਸੀ ਨਗਾਰੇ ਨਗੂਰੇ ਵਜਾਉਣ ਵਾਲਾ ਕੋਈ ਮੌਕਾ ਹੀ ਨਹੀਂ ਸੀ ਉਹ। ਤੇ ਮਹਾਰਾਜ ਨੇ ਆਖਿਆ ਵੀ ਅਸੀਂ ਅੱਗੇ ਜਾ ਕੇ ਨਾ ਕੱਲੇ ਕੱਲੇ ਤੁਸੀਂ ਸਾਡੇ ਪਿੱਛੇ ਆ ਜਾਓ, ਅਸੀਂ ਜਾਵਾਂਗੇ ਤੇ ਅੱਗੇ ਅਸੀਂ ਉੱਚੀ ਜਗ੍ਹਾ ਤੇ ਜਾ ਕੇ ਤਾੜੀ ਮਾਰਾਂਗੇ, ਤੇ ਸਾਡੀ ਤਾੜੀ ਦੀ ਆਵਾਜ਼ ਸੁਣ ਕੇ ਤੁਸੀਂ ਸਾਰਿਆਂ ਨੇ ਉੱਥੇ ਆ ਜਾਣਾ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤੋਂ 2 ਕਿਲੋਮੀਟਰ ਗੜੀ ਤੋਂ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਚੀ ਜਗ੍ਹਾ ਤੇ ਖਲੋ ਕੇ ਤਾੜੀ ਮਾਰਦੇ ਨੇ ਵੀ ਜਿਹੜੇ ਸਿੰਘ ਗੜੀ ਚੋਰ ਨਿਕਲ ਕੇ ਆਏ ਨੇ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਉਹ ਵੀ ਸਾਡੇ ਨਾਲ ਆਣ ਮਿਲ ਜਾਣ। ਹਾਲਾਂਕਿ ਇਤਿਹਾਸਕਾਰ ਨੇ ਇਦਾਂ ਦੀ ਗੱਲ ਲਿਖੀ ਨਹੀਂ ਆ। ਇਤਿਹਾਸਕਾਰ ਕਹਿੰਦਾ ਵੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੂੰ ਸਿੰਘ ਜਿਹੜੇ ਸੀ ਮਾਛੀਵਾੜੇ ਆਣ ਕੇ ਮਿਲੇ ਨੇ, ਪਰ ਨਹੀਂ, ਉੱਥੇ ਮਹਾਰਾਜ ਨੇ ਤਾੜੀ ਮਾਰੀ ਨਾ, ਉਦੋਂ ਕਿਹੜੇ ਫੂਨ ਫਾਨ ਹੁੰਦੇ ਸੀ ਦੱਸਣਾ ਮੈਂ ਇਸ ਪਾਸੇ ਹੀ ਹਾਂ। ਪਹਿਲੋਂ ਦੱਸਿਆ ਵੀ ਇਸ ਤਾਰੇ ਦੀ ਸੇਧ ਤੇ ਆ ਜਿਓ, ਅਸੀਂ ਅੱਗੇ ਜਾ ਕੇ ਇਸੇ ਤਾਰੇ ਦੀ ਸੇਧ ਤੇ ਖਲੋ ਕੇ ਤਾੜੀ ਮਾਰਾਂਗੇ, ਤੇ ਸਾਡੀ ਤਾੜੀ ਦੀ ਆਵਾਜ਼ ਸੁਣ ਕੇ ਤੁਸੀਂ ਸਾਰਿਆਂ ਨੇ ਉੱਥੇ ਆ ਜਾਣਾ। ਪਰ ਉੱਥੇ ਜਿਹੜਾ ਕਵੀ ਸੰਤੋਖ ਸਿੰਘ ਨੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਨੇ ਤਾੜੀ ਇਸ ਕਰਕੇ ਮਾਰੀ ਸੀ ਵੀ ਕਿਹਾ ਸੀ ਪੀਰ ਹਿੰਦ ਮੇਰਵੰਦ, ਕਿ ਮੈਂ ਹਿੰਦੂਆਂ ਦਾ ਪੀਰ ਚੱਲਿਆ ਵਾਂ, ਲੋਕੇ ਨਹੀਂ ਚੱਲਿਆ, ਮੈਂ ਦੱਸ ਕੇ ਚੱਲਿਆ ਵਾਂ। ਇਹ ਕਵੀ ਸੰਤੋਖ ਸਿੰਘ ਨੇ ਜੋ ਲਿਖਿਆ। ਨਹੀਂ ਨਹੀਂ ਮਹਾਰਾਜ ਦੀ ਰਣਨੀਤੀ ਸੀ, ਇਹ ਮੌਕਾ ਦੱਸਣ ਦਾ ਨਹੀਂ ਸੀ ਅਸੀਂ ਚੱਲੇ ਹਾਂ। ਜੇ ਇੱਥੇ ਦੱਸ ਕੇ ਚੱਲੇ ਸੀ ਫਿਰ ਅੱਗੇ ਜਾ ਕੇ ਜਦੋਂ ਗਨੀ ਖਾਂ ਨਬੀ ਖਾਂ ਮਾਰ ਚੁੱਕੀ ਜਾਂਦੇ ਉਦੋਂ ਕਿਉਂ ਕਹਿਤਾ ਫਿਰ ਗੁਰੂ ਗੋਬਿੰਦ ਸਿੰਘ ਨੇ ਇਹ ਤਾਂ ਉੱਚਦੇ ਪੀਰ ਨੇ। ਰਣਨੀਤੀ ਵਿੱਚ ਇਹੋ ਜਿਹੀਆਂ ਗੱਲਾਂ ਅਪਣਾਉਣੀਆਂ ਪੈਂਦੀਆਂ ਨੇ। ਮਹਾਰਾਜ ਨੇ ਬਚਨ ਕੀਤਾ ਬਾਣੀ 'ਚ, ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਨੂੰ ਵੇਖਣਾ ਪੈਂਦਾ ਵੀ ਇੱਥੇ ਕਿੱਦਾਂ ਵਿਚਰਨਾ ਹੈ ਹੁਣ। ਪਰ ਕਵੀ ਸੰਤੋਖ ਸਿੰਘ ਨੇ ਜੋ ਇਹ ਲਿਖਤਾ ਕਿ ਮਾਰ ਤਾੜੀ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੋਂ ਨਗਾਰੇ ਵਜਾਏ, ਫਿਰ ਤਾੜੀ ਮਾਰੀ ਤੇ ਫਿਰ ਹੋਕਾ ਦਿੱਤਾ ਕਿ ਪੀਰ ਹਿੰਦ ਮੇਰਵੱਧ,
ਹਿੰਦੂਆਂ ਦਾ ਪੀਰ ਚੱਲਿਆ ਮੈਂ। ਲਓ ਦੱਸੋ, ਇਹ ਫਿਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤਾੜੀ ਮਾਰਦੇ ਨੇ ਤੇ ਤਾੜੀ ਦੀ ਆਵਾਜ਼ ਸੁਣ ਕੇ ਸਿੱਖ ਇਕੱਠੇ ਹੋ ਜਾਂਦੇ ਨੇ ਤੇ ਥੋੜਾ ਹੀ ਅੱਗੇ ਅੱਗੇ ਜਾਂਦੇ ਨੇ ਤੇ ਪੌ ਫੁਟਾਲਾ ਹੋ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਕ ਝਾੜ ਦੇ ਥੱਲੇ ਦਿਨ ਕੱਟਦੇ ਨੇ ਆਪਣਾ। ਉੱਥੇ ਅੱਜ ਜਾਓ ਚਮਕੌਰ ਸਾਹਿਬ ਤੋਂ ਥੋੜਾ ਜਿਹਾ ਅੱਗੇ ਜਾ ਕੇ ਗੁਰਦੁਆਰਾ ਆਉਂਦਾ ਝਾੜ ਸਾਹਿਬ, ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਨੇ ਫਿਰ ਦਿਨ ਕੱਟਿਆ। ਇੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਹੁਣ ਸਿੰਘਾਂ ਸਮੇਤ ਰਾਤ ਨੂੰ ਜਦੋਂ ਤੁਰਦੇ ਨੇ ਅੱਗੇ ਪਿੰਡ ਆ ਜਾਂਦਾ ਬੈਲੋਲ ਤੇ ਮਹਾਰਾਜ ਨੂੰ ਪਤਾ ਸੀ ਵੀ ਇਸ ਪਿੰਡ ਦੇ ਵਿੱਚ ਕੋਈ ਇੱਕ ਸਿੱਖ ਰਹਿੰਦਾ ਹੈ, ਮਸੰਦ ਰਹਿੰਦਾ ਹੈ, ਉਹਦਾ ਨਾਮ ਪੂਰਨ ਮਸੰਦ ਲਿਖਿਆ ਇਤਿਹਾਸ ਨੇ। ਮਹਾਰਾਜ ਕਹਿੰਦੇ ਚਲੋ ਅੱਜ ਦੀ ਰਾਤ ਇਹਦੇ ਘਰੋਂ ਕੋਈ ਜਲ ਪਾਣੀ ਛਕ ਕੇ ਫਿਰ ਅੱਗੇ ਤੁਰ ਜਾਾਂਗੇ। ਰਾਤ ਸਬਰ ਤਾਂ ਅਸੀਂ ਰਾਤ ਕਰਨਾ ਵਾ, ਪਰ ਇਹਦੇ ਘਰੋਂ ਕੋਈ ਜਲ ਪਾਣੀ ਛਕ ਲੈਂਦੇ ਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਜਾਂਦੇ ਨੇ, ਚੁਬਾਰੇ 'ਚ ਪਿਆ ਆ ਪੂਰਨ ਮਸੰਦ ਤੇ ਉਹਦਾ ਨੌਕਰ ਥੱਲੇ ਆ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜਾ ਕੇ ਜਦੋਂ ਬੂਹਾ ਖੜਕਾਉਂਦੇ ਨੇ, ਨੌਕਰ ਬੂਹਾ ਖੋਲ੍ਹਦਾ ਤੇ ਕਹਿਣ ਲੱਗਾ ਭਈ ਆਪਣੇ ਮਾਲਕ ਨੂੰ ਦੱਸ ਅਸੀਂ ਆਏ ਆ, ਥੋੜਾ ਸਮਾਂ ਇੱਥੇ ਟਿਕਣਾ, ਮੁੜ ਕੇ ਰਾਤ ਨੂੰ ਤੁਰ ਜਾਣਾ ਅਸੀਂ। ਉਹਨੂੰ ਉੱਤੇ ਪਤਾ ਲੱਗ ਗਿਆ ਪੂਰਨ ਨੂੰ ਵੀ ਗੁਰੂ ਗੋਬਿੰਦ ਸਿੰਘ ਤਾਂ ਮੇਰੇ ਘਰ ਆ ਗਏ ਨੇ। ਉਧਰ ਸਰਕਾਰ ਨੇ ਐਲਾਨ ਕੀਤਾ ਸੀ ਵੀ ਜੀ ਜਿਹੜਾ ਸੂਹ ਦੇਗਾ ਉਹਨੂੰ ਨਾਮ ਦਿੱਤਾ ਜਾਵੇਗਾ ਤੇ ਜਿਹੜਾ ਪਨਾਹ ਦੇਵੇਗਾ ਉਹਦਾ ਘਰ ਘਾਟ ਬਰਬਾਦ ਕਰ ਦਿੱਤਾ ਜਾਵੇਗਾ। ਉਹ ਡਰ ਗਿਆ ਸੀ। ਉਹਨੇ ਜਦੋਂ ਨੌਕਰ ਨੇ ਉੱਤੇ ਜੂਣੇ ਨੌਕਰ ਨੇ ਉੱਤੇ ਜਾ ਕੇ ਆਖਿਆ ਵੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਥੱਲੇ ਆਏ ਨੇ ਤੇ ਕਹਿੰਦਾ ਜਾ ਕੇ ਉਹਨੂੰ ਕਹਿ ਦੇ ਵੀ ਉਹ ਘਰ ਨਹੀਂ ਹੈਗਾ ਤੇ ਉਹਨੂੰ ਕੱਢ ਦੇ ਬਾਹਰ, ਨਹੀਂ ਤੇ ਮਾਰੇ ਜਾਵਾਂਗੇ ਆਪਾਂ ਵੀ। ਉਹ ਜਾ ਕੇ ਉੱਦਾਂ ਹੀ ਆਣ ਕੇ ਕਹਿ ਦਿੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਗੱਲ ਆ। ਕਹਿਣ ਲੱਗੇ ਭਾਈ ਜੂਣਿਆ ਅਸੀਂ ਉਹਦੀ ਆਵਾਜ਼ ਪਛਾਣ ਲਈ ਹੈ, ਉੱਤੇ ਹੀ ਆਓ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਅਸੀਂ ਤੁਰ ਜਾਂਦੇ, ਕੋਈ ਏਡੀ ਵੱਡੀ ਬਾਤ ਨਹੀਂ ਹੈ। ਪਰ ਜੂਣਾ ਕਹਿੰਦਾ ਮਹਾਰਾਜ ਮੈਂ ਕੀ ਸੇਵਾ ਕਰ ਸਕਦਾ ਤੁਹਾਡੀ। ਕਹਿ ਲਗੇ ਭਾਈ ਤੂੰ ਕੀ ਸੇਵਾ ਕਰਨੀ, ਸੇਵਾ ਕਰਨ ਵਾਲਾ ਤਾਂ ਬੇਮੁਖ ਹੋ ਗਿਆ ਮਸੰਦ। ਕਹਿੰਦੇ ਫਿਰ ਉਸ ਜੂਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਖੂਹ ਦੀ ਟਿੰਡ ਦੇ ਵਿੱਚ ਥੋੜ੍ਹੀਆਂ ਲੱਕੜੀਆਂ ਪਾ ਕੇ ਅੱਗ ਬਾਲ ਕੇ ਦੇ ਦਿੱਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਥੋੜ੍ਹਾ ਨਿੱਘ ਹੁੰਦਾ ਜਾਊਗਾ ਤੇ ਤੁਸੀਂ ਤੁਰੇ ਜਾਓ ਇਸ ਦੇ ਚਾਨਣ ਥੋੜ੍ਹੇ ਦੇ ਆਸਰੇ ਦੇ ਨਾਲ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੇ ਚੜ੍ਹਾਅ ਦੇ ਨਾਲ ਫਿਰ ਮਾਛੀਵਾੜੇ ਤੱਕ ਪਹੁੰਚ ਜਾਂਦੇ ਨੇ 10 ਪੋਹ ਨੂੰ। ਇੱਥੇ ਫਿਰ ਗੁਲਾਬੇ ਤੇ ਪੰਜਾਬੇ ਨੂੰ ਪਤਾ ਲੱਗ ਜਾਂਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬਾਗ ਵਿੱਚ ਆਏ ਨੇ ਤੇ ਗੁਲਾਬਾ ਪੰਜਾਬਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੁੱਧ ਪਾਣੀ ਰੋਟੀ ਪਾਣੀ ਲੈ ਕੇ ਉੱਥੇ ਜਾਂਦਾ ਸਿੰਘਾਂ ਦਾ। ਇੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਅੱਗੇ ਤੁਰ ਜਾਂਦੇ ਨੇ। ਆਓ ਆਪਾਂ ਥੋੜਾ ਜਿਹਾ ਹੁਣ ਉਹ ਜ਼ਫਰਨਾਮੇ ਦੇ ਬਾਰੇ, ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਾਹਨਤ ਵੀ ਪਾਈ ਆ, ਤੇ ਉਸ ਜ਼ਫਰਨਾਮੇ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀਆਂ ਖੂਬੀਆਂ ਵੀ ਲਿਖੀਆਂ ਨੇ ਤੇ ਉਹਦੀਆਂ ਬੁਰਾਈਆਂ ਦਾ ਵੀ ਜ਼ਿਕਰ ਕੀਤਾ ਮਹਾਰਾਜ ਨੇ। ਤੇ ਮਹਾਰਾਜ ਕਹਿੰਦੇ ਚਿਹਾ ਸੁੱਧ ਕੇ ਚੂ ਬਚਗਾ ਕੁਸਤਾਚਾਰ। ਐ ਬਾਦਸ਼ਾਹ ਤੂੰ ਬੜਾ ਖੁਸ਼ ਹੁੰਦਾ ਹੋਏਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ 4 ਪੁੱਤਰ ਸੀ, ਚਾਰੇ ਖਤਮ ਕਰ ਦਿੱਤੇ। ਚਿਹਾ ਸੁੱਧ ਕੇ ਚੂ ਬਚਗਾ ਕੁਸਤਾਚਾਰ, ਤੂੰ ਬੜਾ ਹੀ ਖੁਸ਼ ਹੁੰਦਾ ਹੋਏਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਪੁੱਤਰ ਸੀ ਤੇ ਚਾਰੇ ਹੀ ਖਤਮ ਕਰ ਦਿੱਤੇ। ਪਰ ਮਹਾਰਾਜ ਕਹਿੰਦੇ ਨਹੀਂ ਕਿ ਬਾਕੀ ਬੇਮਾਦਸਤ ਪਚੀਦਾ ਮਾਰ। ਬਹੁਤ ਵੱਡੇ ਬਾਕੀ ਜਿਹੜਾ ਮੇਰਾ ਖਾਲਸਾ ਪੁੱਤ ਬਚ ਗਿਆ ਉਹਦਾ ਕੀ ਤੂੰ ਕਰੇਗਾ, 4 ਮਾਰ ਕੇ ਤੂੰ ਕੀ ਕਰ ਲਿਆ। ਇਹ ਤੇਰੀ ਕੋਈ ਵੱਡੀ ਬਹਾਦਰ ਨਹੀਂ, ਇਹ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਬਹੁਤ ਵੱਡੀ ਕਿਤੇ ਭਾਂਬੜ ਮਲਦੇ ਹੋਣ ਤੇ ਉਹਦੇ ਵਿੱਚੋਂ ਇੱਕ ਚੰਗਿਆੜਾ ਬੁਝਾ ਦੇਣਾ, ਇਹ ਕੋਈ ਬਹਾਦਰੀ ਨਹੀਂ ਹੁੰਦੀ। ਤੇ ਦੇ ਤੂੰ ਮੇਰੇ 4 ਪੁੱਤਰ ਖਤਮ ਕਰ ਦਿੱਤੇ ਨੇ ਤੇ ਆ ਖਾਲਸਾ ਪੰਥ ਮੇਰਾ ਸਾਰਾ ਪੁੱਤਰ ਹੀ ਆ। ਜੇ ਸੁੱਧ ਕੇ ਚੂ ਬਚਗਾ ਕੁਸਤੇ 4 ਕੇ ਬਾਕੀ ਬੇਮਾਦਸਤ ਪਚੀਦਾ ਮਾਰ।
ਤੇ ਇਹ ਮੈਂ ਕਹਿ ਰਿਹਾ ਸੀ ਵੀ ਜੰਗਾਂ ਹੋਈਆਂ ਕਿਉਂ, ਲੜਾਈਆਂ ਹੋਈਆਂ ਕਿਉਂ, ਗੁਰੂ ਪੀਰਾਂ ਦੇ ਨਾਲ ਇਹ ਲੋਕ ਕਿਉਂ ਲੜਦੇ ਨੇ? ਤੇ ਮਹਾਰਾਜ ਨੇ ਦੋ ਕਾਰਨ ਦੱਸੇ ਨੇ। ਮਹਾਰਾਜ ਇੱਕ ਤੇ ਕਹਿੰਦੇ ਕਿ ਮੰਨਮ ਕੋਈਆਂ ਪੁਰਫ ਤਨ, ਮੇਰਾ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਲੜਾਈ ਝਗੜਾ ਹੋਇਆ ਕਿਉਂ? ਅਸੀਂ ਕੋ ਉਹਨਾਂ ਦੇ ਨਾਲ ਸਾਡੀ ਵੰਡ ਵਿਹਾਰ ਨਹੀਂ ਆ, ਕੁਛ ਨਹੀਂ ਆ। ਉਹਦਾ ਕਾਰਨ ਕੀ ਹੋਇਆ? ਮਹਾਰਾਜ ਕਹਿੰਦੇ ਆ ਬੁੱਤ ਪ੍ਰਸਤ ਮਨ ਬੁੱਤ ਸਿਕਨ, ਇਹ ਬੁੱਤਾਂ ਦੇ ਪਾਸ਼ਕ ਸਨ ਤੇ ਮੈਂ ਬੁੱਤਾਂ ਨੂੰ ਢਾਉਣ ਵਾਲਾ ਤੇ ਮੈਂ ਰੱਬ ਦੇ ਪਾਸੇ ਲਾਉਣ ਵਾਲਾ ਸਾਂ। ਇਸ ਕਰਕੇ ਇਹ ਧਾਰਮਿਕ ਵਖਰੇਵਾਂ ਹੋਣ ਕਰਕੇ ਸਾਡਾ ਝਗੜਾ ਹੋ ਗਿਆ ਪਹਾੜੀ ਰਾਜਿਆਂ ਦੇ ਨਾਲ। ਮੰਨਮ ਕੋਹੀਆਂ ਕੋ ਕਹਿੰਦੇ ਨੇ ਪਹਾੜ ਨੂੰ, ਜਿੱਦਾਂ ਨੇ ਕੋ ਨੂਰ, ਪਹਾੜੀ ਦਾ ਨੂਰ। ਮੰਨਮ ਕੋਈਆਂ ਪੁਰਫਿਤਨ, ਫੁਰਤਨ ਕਹਿੰਦੇ ਨੇ ਝਗੜੇ ਨੂੰ। ਮੇਰਾ ਪਹਾੜੀ ਰਾਜਿਆਂ ਦੇ ਨਾਲ ਝਗੜਾ ਹੋਇਆ ਤੇ ਹੋਇਆ ਕਿਉਂ? ਕਿਆ ਬੁੱਤ ਸਕਨ ਪ੍ਰਸਤ ਮਨ ਬੁੱਤ ਸਿਕਨ, ਇਹ ਬੁੱਤਾਂ ਨੂੰ ਪੂਜਣ ਵਾਲੇ ਸੀ ਤੇ ਮੈਂ ਬੁੱਤਾਂ ਨੂੰ ਨਹੀਂ ਪੂਜਦਾ। ਮੈਂ ਕਹਿੰਦਾ ਰੱਬ ਦੇ ਪਾਸੇ ਲੱਗੋ, ਖੁਦਾ ਦੀ, ਰੱਬ ਦੀ, ਪਰਮੇਸ਼ਰ ਦੀ ਬੰਦਗੀ ਕਰੋ। ਇਹ ਬੁੱਤ ਬਣਾ ਕੇ ਬੈਠੇ ਹੋਏ ਸਨ। ਤੇ ਦੂਸਰਾ ਮਹਾਰਾਜ ਨੇ ਕਾਰਨ ਲਿਖਿਆ ਕਿ ਸ਼ਾਹੇ ਸ਼ੈਨ ਰਾਹ ਬੰਦੇ ਚਾਕਰੇਮ, ਅਸੀਂ ਉਸ ਪਰਵਤਵਾਗਾਰ ਦੇ ਚਾਕਰ ਵਾਂ। ਜਿੱਦਾਂ ਬਾਣੀ ਜੀ ਸ਼ਬਦ ਹੁੰਦਾ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਅਸੀਂ ਰੱਬ ਦੇ ਚਾਕਰਾਂ ਤੇ ਉਹਦੇ ਹੁਕਮ 'ਚ ਰਹਿਣ ਵਾਲੇ ਆ। ਤੇ ਇਹ ਔਰੰਗਜ਼ੇਬ ਬਾਦਸ਼ਾਹ ਆਪਣੇ ਆਪ ਨੂੰ ਵੱਡਾ ਬਾਦਸ਼ਾਹ ਸਦਾ ਕੇ ਤੇ ਸਾਨੂੰ ਆਪਣੇ ਹੁਕਮ 'ਚ ਚਲਾਉਣਾ ਚਾਹੁੰਦਾ ਸੀ। ਤੇ ਅਸੀਂ ਤੇ ਰੱਬ ਦੇ ਹੁਕਮ 'ਚ ਚੱਲਣ ਵਾਲੇ ਬੰਦੇ ਆ। ਤੇ ਜਿਹੜਾ ਰੱਬ ਦੇ ਹੁਕਮ ਚੱਲਦਾ ਹੁੰਦਾ ਉਹ ਦੁਨੀਆਦਾਰਾਂ ਦੇ ਹੁਕਮ 'ਚ ਨਹੀਂ ਆ ਸਕਦਾ। ਤਾਂ ਗੁਰੂਆਂ ਪੀਰਾਂ ਮਹਾਂਪੁਰਖਾਂ ਸੰਤਾਂ ਦੀ ਇਹਨਾਂ ਦੇ ਨਾਲ ਲੜਾਈ ਝਗੜਾ ਹੁੰਦਾ, ਕਿਉਂਕਿ ਇਹ ਸਾਰਿਆਂ ਲੋਕਾਂ ਨੂੰ ਆਪਣੇ ਅਧੀਨ ਚਲਾਉਣਾ ਚਾਹੁੰਦੇ ਨੇ ਤੇ ਮਹਾਂਪੁਰਖ ਕਿਸੇ ਦੇ ਅਧੀਨ ਨਹੀਂ ਹੁੰਦੇ। ਤੇ ਮਹਾਰਾਜ ਨੇ ਕਿਹਾ ਸ਼ਹਿਨਸ਼ਾਹ ਰਾਹ ਬੰਦੇ ਚਾਕਰੇਮ, ਅਸੀਂ ਉਹਦੇ ਰਾਹ ਤੇ ਚੱਲਣ ਵਾਲੇ, ਉਹਦੇ ਚਾਕਰ ਵਾਂ। ਅਗਰ ਹੁਕਮਸਤ ਬਾਜਾਂ ਹਾਜ਼ਰੇਮ, ਜਿੱਥੇ ਉਹਦਾ ਹੁਕਮ ਹੋ ਗਿਆ, ਜਿੱਧਰ ਨੂੰ ਪਰਮੇਸ਼ਰ ਦਾ ਹੁਕਮ ਹੋ ਗਿਆ, ਅਸੀਂ ਉੱਥੇ ਹਾਜ਼ਰ ਹੋ ਜਾਣਾ। ਤੇ ਤੂੰ ਸਾਨੂੰ ਆਪਣੇ ਹੁਕਮ 'ਚ ਕਿਵੇਂ ਚਲਾ ਸਕਦਾ ਹੈ? ਇਸ ਕਰਕੇ ਇਹ ਲੜਾਈਆਂ ਝਗੜੇ ਦੇ ਕਾਰਨ ਇਹ ਹੁੰਦੇ ਨੇ ਭਾਈ। ਇਹ ਮਹਾਰਾਜ ਨੇ ਕਿਹਾ ਨਾ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਏ। ਰਾਜੇ ਪਾਪ ਕਰਦੇ ਨੇ ਤੇ ਗੁਰੂ ਵੀ ਮਹਾਂਪੁਰਖ ਧਰਮ ਕਮਾਉਂਦੇ ਨੇ। ਤੇ ਹੁਣ ਪਾਪੀਆਂ ਦਾ ਤੇ ਧਰਮੀਆਂ ਦਾ ਝਗੜਾ ਹੋਣਾ ਇੱਕ ਸੁਭਾਵਿਕ ਹੀ ਗੱਲ ਹੈ, ਕੁਦਰਤੀ ਗੱਲ ਹੈ। ਇਸ ਕਰਕੇ ਇਹ ਕਾਰਨ ਇਹ ਹੋਇਆ। ਪਰ ਵੇਖੋ, ਭਾਵੇਂ ਇਹ ਪਾਪ ਕਰਦੇ ਨੇ, ਭਾਵੇਂ ਜ਼ੁਲਮ ਕਰਦੇ ਨੇ, ਪਰ ਸਮਾਂ ਇਹਨਾਂ ਨੂੰ ਲਾਹਣਤਾਂ ਪਾਉਂਦਾ ਹੀ ਪਾਉਂਦਾ। ਇਤਿਹਾਸ ਤੇ ਸਮਾਂ ਨਹੀਂ ਕਿਸੇ ਨੂੰ ਬਖਸ਼ਦਾ। ਜਿਸ ਤਰ੍ਹਾਂ ਕਿਸੇ ਨੇ ਲਿਖਿਆ ਸੀ ਕਿ ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ। ਜਿਹੜੀ ਔਰੰਗਜ਼ੇਬ ਦੀ ਕਬਰ ਵਾ ਨਾ, ਉੱਥੇ ਇੱਟਾਂ ਨਹੀਂ ਲੱਗੀਆਂ ਹੋਈਆਂ, ਉੱਥੇ ਕੋਈ ਕੱਪੜਾ ਨਹੀਂ ਪਾਉਂਦਾ। ਉੱਤੇ ਉਹਨੇ ਮਰਨ ਤੋਂ ਪਹਿਲਾਂ ਕਹਿ ਦਿੱਤਾ ਸੀ ਕਿ ਮੇਰੀ ਕਬਰ ਉੱਤੇ ਕੋਈ ਇੱਟ ਨਹੀਂ ਲਾਉਣੀ, ਮੇਰੀ ਕਬਰ ਉੱਤੇ ਕੋਈ ਕੱਪੜਾ ਨਹੀਂ ਪਾਉਣਾ। ਇਹ ਕੱਪੜਾ ਦੁਨੀਆ ਦੇ ਕੰਮ ਆਵੇ, ਮੇਰੇ ਤੇ ਕੱਪੜਾ ਤੁਸੀਂ ਨਾ ਪਾਇਓ, ਇਹ ਗਰੀਬਾਂ ਨੂੰ ਦਿਓ ਤੁਸੀਂ। ਉਹ ਕਹਿੰਦੇ ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਸੋਨੇ ਨਾਲ ਸੱਜਦਾ। ਵੇਖ ਲਾ, ਸੱਚ ਤੇ ਝੂਠ ਦੁਨੀਆ ਨੇ ਨਿਤਾਰ ਦਿੱਤਾ ਹੀ। ਤੇਰੀ ਕਬਰ ਉੱਤੇ ਅੱਜ ਕੋਈ ਹੈ ਹੀ ਨਹੀਂ। ਪਿੱਛੇ ਜੇ ਕਹਿੰਦੇ ਕੋਈ ਗਿਆਨੀ ਗਿਆ ਸੀ ਤੇ ਉਹਨੇ ਕਿਹਾ ਸੀ ਵੀ ਜਿਹੜਾ ਉੱਥੇ ਮਜ਼ਾਰ ਬੈਠਾ ਸੀ, ਉਹਨੇ ਆਖਿਆ ਪੈਸੇ ਦਿਓ, ਮੈਂ ਤੇਲ ਲਿਆਣ ਕੇ ਦੀਵਾ ਬਾਲਣਾ। ਤੇ ਧੰਨ ਗੁਰੂ ਤੇਗ ਬਹਾਦਰ ਦੇ ਦਰ ਉੱਤੇ ਦੇਸੀ ਘਿਓ ਦੇ ਦੀਵੇ ਜਗਣ ਦੇ ਨੇ। ਉਹ ਤੇ ਕੋਈ ਦੀਵਾ ਘਿਓ ਦਾ ਦੇਸੀ ਤੇਲ ਦਾ ਦੀਵਾ ਜਗਾਉਣ ਵਾਲਾ ਨਹੀਂ। ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਸੋਨੇ ਨਾਲ ਸੱਜਦਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ, ਪਰ ਧੰਨ ਗੁਰੂ ਤੇਗ ਬਹਾਦਰ ਦੇ ਦਰ ਤੇ ਵੇਖ ਲਾ 24 ਘੰਟੇ ਲੰਗਰ ਸੱਜਦਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕੋਈ ਇੱਕ ਬੰਦਾ ਨਹੀਂ ਉਹ ਲੱਭਦਾ,
ਪਰ ਵੇਖ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਤੂੰ ਖਤਮ ਕਰਨਾ ਚਾਹੁੰਦਾ ਸਾਂ, ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨਾ ਚਾਹੁੰਦਾ ਸਾਂ, ਅੱਜ ਤੇਰੀ ਕਬਰ ਉੱਤੇ ਕੋਈ ਬੰਦਾ ਨਹੀਂ ਲੱਭਦਾ। ਪਰ ਵੇਖ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਿੱਡਾ ਵੱਡਾ ਮੇਲਾ ਸਰਹੰਦ ਲੱਗਦਾ। ਔਰੰਗਿਆ ਅੱਜ ਤੇਰੀ ਦਿੱਲੀ ਵਿੱਚ ਕੋਈ ਨਹੀਂ ਉਹ ਕੁੱਲਦਾ, ਪਰ ਵੇਖ ਧੰਨ ਗੁਰੂ ਤੇਗ ਬਹਾਦਰ ਦਾ ਕਿੱਡਾ ਵੱਡਾ ਨਿਸ਼ਾਨ ਸਾਹਿਬ ਝੁੱਲਦਾ। ਇਹ ਸਮੇਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ। ਠੀਕ ਆ, ਰਾਜਿਆਂ ਦੇ ਕੋਲ ਤਾਕਤਾਂ ਹੁੰਦੀਆਂ ਨੇ, ਸ਼ਕਤੀਆਂ ਹੁੰਦੀਆਂ ਨੇ, ਉਹ ਜ਼ੁਲਮ ਕਰ ਲੈਂਦੇ ਨੇ, ਪਾਪ ਕਰ ਲੈਂਦੇ ਨੇ, ਪਰ ਇਤਿਹਾਸ ਤੇ ਸਮਾਂ ਨਹੀਂ ਬਖਸ਼ਦਾ। ਸਮਾਂ ਆਪਣੀ ਚਾਲ ਚੱਲੀ ਜਾਂਦਾ, ਸੱਚ ਝੂਠ ਦੁਨੀਆ ਨਿਤਾਰ ਕੇ ਰੱਖ ਦਿੰਦੀ ਆ। ਇਸ ਕਰਕੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖੀ ਆ, ਉਹਦੇ 'ਚ ਮਹਾਰਾਜ ਨੇ ਉਹਨੂੰ ਆਖਿਆ ਵੀ ਓਰਾ ਗਰੂਰ ਬਾ ਮੁਲਕ ਵਾ ਮਾਲ, ਤੈਨੂੰ ਬੜਾ ਹੰਕਾਰ ਮਾਣ ਹੈ, ਮੇਰਾ ਇੰਨੀ ਦੌਲਤ ਦਾ ਮੈਂ ਮਾਲਕ ਹਾਂ। ਮਰ ਕਹਿੰਦੇ ਓਰਾ ਗਰੂਰ ਬਾ ਮੁਲਕ ਮਾਰ ਮਾ ਮਾਰਾ ਆਪਣਾ ਜਜਦਾ ਕਾਲ। ਜੇ ਤੈਨੂੰ ਕਿਸੇ ਦਾ ਆਸਰਾ, ਜੇ ਤੈਨੂੰ ਕਿਸੇ ਤੇ ਮਾਣ ਆ, ਤੈਨੂੰ ਆਪਣੀ ਦੌਲਤ ਤੇ ਮਾਣ ਆ, ਤੈਨੂੰ ਆਪਣੀ ਫੌਜਾਂ ਤੇ ਮਾਣ ਆ, ਤੈਨੂੰ ਬੜਾ ਕੁਛ ਮੇਰੇ ਕੋਲ ਸੋਨੇ ਤੇ ਮਾਣ ਵਾ। ਮਹਾਰਾਜ ਕਹਿੰਦੇ ਸਾਨੂੰ ਵੀ ਉਸ ਪਰਵਤਗਾਰ ਤੇ ਮਾਣ ਹੈ। ਤੇ ਚੂਕਾਰ ਅੱਜ ਹਾਮਾ ਹੀਲ ਤੇ ਦਰ ਗੁਜਸਤ, ਹਲਾਲ ਬੁਰਤਨ ਬਾ ਸ਼ਮਸ਼ੀਰ ਦਸਤ। ਮਹਾਰਾਜ ਕਹਿੰਦੇ ਜਦੋਂ ਹੀਲੇ ਵਸੀਲੇ ਲੰਘ ਗਏ ਤੇ ਫਿਰ ਅਸੀਂ ਆਹ ਤਲਵਾਰ ਵਾਲੇ ਪਾਸੇ ਆ ਗਏ। ਤੂੰ ਕਿਸੇ ਦੇ ਮੰਨਦਾ ਹੀ ਨਹੀਂ, ਤੂੰ ਤੇ ਸੰਤਾਂ ਮਹਾਂਪੁਰਖਾਂ ਦੇ ਉੱਤੇ ਵਾਰ ਕਰੀ ਜਾਣਾ, ਮਹਾਂਪੁਰਖਾਂ ਨੂੰ ਕਤਲ ਕਰੀ ਜਾਣਾ, ਤੇ ਤੇਰੇ ਨਾਲ ਕੀ ਵਿਚਾਰ ਕਰਦੇ? ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਉਹਨਾਂ ਦਾ ਜਿਗਰਾ, ਇੱਕ ਹਫ਼ਤੇ ਦੇ ਵਿੱਚ ਉਹਨਾਂ ਦੇ 4 ਪੁੱਤਰ ਮਾਤਾ ਸ਼ਹੀਦੀਆਂ ਪਾ ਗਏ। ਤੇ ਫਿਰ ਵੀ ਬਾਦਸ਼ਾਹ ਨੂੰ ਲਿਖਦੇ ਨੇ ਕਿ ਚਿਆ ਸੁੱਧ ਕੇ ਚੂੰ ਬਚਗਾ ਕੁਸਤਾ ਚਾਰ ਕੇ ਬਾਕੀ ਬੇਮਾਦਸਤ ਪਚੀਦਾ ਮਾਰ। ਕੋਈ ਗੱਲ ਨਹੀਂ, ਮੇਰੀ ਬਿੰਦੀ ਔਲਾਦ ਖਤਮ ਹੋ ਗਈ, ਸ਼ਹੀਦ ਹੋ ਗਏ, ਪਰ ਮੇਰੀ ਨਾਦੀ ਔਲਾਦ ਖਾਲਸਾ ਪੰਥ ਮੇਰਾ ਜਿੰਦਾ ਹੈ। ਤੇ ਯਾਦ ਰੱਖੀ, ਇਹ ਸਮਾਂ ਆਵੇਗਾ ਤੇਰੀਆਂ ਜੜ੍ਹਾਂ ਹਿਲਾ ਕੇ ਰੱਖ ਦੇਗਾ। ਤੇ ਇਤਿਹਾਸ ਦੱਸਦਾ ਕਿ 7 ਸਦੀਆਂ ਤੋਂ ਇਹ ਮੁਗਲਿਆ ਰਾਜ ਚੱਲਦਾ ਆ ਰਿਹਾ ਸੀ। ਜੇ ਇਸ ਧਰਤੀ ਉੱਤੇ ਮੁਗਲਿਆ ਰਾਜ ਕਿਸੇ ਨੇ ਖਤਮ ਕੀਤਾ ਤੇ ਉਹ ਗੁਰੂ ਗੋਬਿੰਦ ਸਿੰਘ ਦੇ ਪੰਥ ਨੇ ਖਤਮ ਕੀਤਾ। ਮਹਾਰਾਜ ਨੇ ਕਹਿ ਦਿੱਤਾ ਸੀ, ਜਦੋਂ ਰਾਏ ਕੱਲੇ ਦੇ ਕੋਲ ਮਹਾਰਾਜ ਬੈਠੇ ਸੀ ਤੇ ਉੱਥੇ ਖਬਰ ਲੈ ਕੇ ਮਾਹੀਆ ਗਿਆ, ਤੇ ਮਾਹੀਆ ਰੋਂਦਾ ਰੋਂਦਾ ਖਬਰ ਸੁਣਾਉਂਦਿਆ, ਤੇ ਬਾਹਰ ਸੱਚੇ ਪਾਤਸ਼ਾਹ ਨਾਲ ਨਾਲ ਕਾਈ ਦਾ ਬੂਟਾ ਪੁੱਟੀ ਜਾਂਦੇ ਨੇ ਤੀਰ ਦੇ ਨਾਲ। ਤੇ ਜਦੋਂ ਮਾਹੀਏ ਨੇ ਸਾਰੀ ਖਬਰ ਸੁਣਾ ਦਿੱਤੀ ਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਈ ਦਾ ਬੂਟਾ ਪੁੱਟ ਦਿੱਤਾ ਤੇ ਕਹਿਣ ਲੱਗੇ ਹੁਣ ਮੁਗਲਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਤੇ ਇਹ ਜਿਹੜਾ ਰਾਏ ਕੱਲਾ ਸੀ ਇਹ ਵੀ ਸੇਵਾ ਕਰਦਾ ਸੀ, ਵੀ ਮੁਗਲ ਸੀ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੇਰੀਆਂ ਵੀ ਪੁੱਟੀਆਂ ਗਈਆਂ ਫਿਰ ਤਾਂ। ਬਾਹਰ ਕਹਿੰਦੇ ਜਿਹੜਾ ਤੀਰ ਚੱਲ ਜੇ ਮੁੜ ਕੇ ਵਾਪਸ ਨਹੀਂ ਆਉਂਦਾ। ਕਹਿਣ ਲੱਗਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੀਆਂ ਜੜ੍ਹਾਂ ਲੱਗੀਆਂ ਰਹਿਣ। ਇਹ ਕਈ ਦਿਨ ਮਹਾਰਾਜ ਦੀ ਸੇਵਾ ਕਰਦਾ ਰਿਹਾ, ਤਰਲੇ ਰਹਿੰਦਾ ਰਿਹਾ। ਮਹਾਰਾਜ ਕਹਿੰਦੇ ਨਹੀਂ ਭਾਈ, ਜਿਹੜੇ ਬਚਨ ਨਿਕਲ ਜਾਣ ਉਹ ਵਾਪਸ ਨਹੀਂ ਹੁੰਦੇ। ਪਰ ਜਦੋਂ ਇਹ ਖਹਿੜਾ ਨਾ ਛੱਡਿਆ ਫਿਰ ਮਹਾਰਾਜ ਨੇ ਆਖਿਆ ਤੇਰੀਆਂ ਜੜ੍ਹਾਂ ਲੱਗੀਆਂ ਰਹਿਣਗੀਆਂ ਭਾਈ, ਬਾਕੀ ਜੜ੍ਹਾਂ ਅਸੀਂ ਪੁੱਟ ਦਿੱਤੀਆਂ ਮੁਗਲਾਂ ਦੀਆਂ। ਸਮਾਂ ਆਏਗਾ ਇਹ ਤਹਿਸ ਨਹਿਸ ਹੋ ਦੂਗੀ। ਇਹ ਸੂਬਾ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕੇ ਜੇਗੀ। ਇਹ ਜਿੱਥੇ ਰਾਜ ਪਿਆ ਕਰਦਾ ਹੈ ਇਹਨੂੰ ਕੁੱਤੇ ਦੀ ਮੌਤੇ ਮਾਰਿਆ ਜਾਊਗਾ। ਇਹ ਬੱਚਿਆਂ ਉੱਤੇ ਜ਼ੁਲਮ, ਬਜ਼ੁਰਗਾਂ ਉੱਤੇ ਜ਼ੁਲਮ। ਹਾਂ, ਚਮਕੌਰ ਦਾ ਅਫਸੋਸ ਨਹੀਂ ਮਹਾਰਾਜ ਨੇ ਕੀਤਾ, ਸਰਹੰਦ ਦਾ ਅਫਸੋਸ ਕੀਤਾ ਵੀ ਇਸ ਚਮਕੌਰ 'ਚ ਤਾਂ ਅਸੀਂ ਲੜੇ ਹਾਂ, ਉੱਥੇ ਤਾਂ ਜੰਗ ਹੋਈ ਆ। ਚਮਕੌਰ ਦੀ ਜੰਗ ਵਾ, ਸਾਕਾ ਸਰਹੰਦ ਵਾ। ਇਹ ਕਹਿੰਦੇ ਨੇ ਸਾਕਾ ਚਮਕੌਰ, ਚਮਕੌਰ ਸਾਕਾ ਨਹੀਂ ਹੋਇਆ, ਚਮਕੌਰ ਜੰਗ ਹੋਈ ਆ, ਸਾਕਾ ਸਰਹੰਦ ਹੋਇਆ। ਸਾਕਾ ਮੈਨੇ ਸ਼ਾਂਤੀ ਦੇ ਨਾਲ ਸ਼ਹਾਦਤ ਦੇਣੀ ਤੇ ਜੰਗ ਮੈਨੇ ਲੜਨਾ। ਤੇ ਮਹਾਰਾਜ ਕਹਿੰਦੇ ਚਮਕੌਰ ਦਾ ਸਾਨੂੰ ਕੋਈ ਅਫਸੋਸ ਨਹੀਂ, ਉੱਥੇ ਜੰਗ ਹੋਈ ਆ, ਪਰ ਸਰਹੰਦ ਦੇ ਵਿੱਚ ਤਾਂ ਜ਼ੁਲਮ ਹੋਇਆ ਹੈ। ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਦੇਣਾ ਤੇ ਖ਼ਤਮ ਕਰ ਦੇਣਾ, ਤੇ ਬਜ਼ੁਰਗ ਮਾਤਾ ਸਾਡੀ ਉਹਨੂੰ ਉਹ ਵੀ ਸ਼ਹੀਦੀ ਪਾ ਜਾਣਾ। ਇਹ ਜ਼ੁਲਮ ਹੋ ਗਿਆ ਧਰਤੀ ਉੱਤੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਰਾਜਿਆਂ ਦੇ ਰਾਜ ਪ੍ਰਬੰਧ ਵਿੱਚ ਜ਼ੁਲਮ ਹੋ ਜੇ ਉਹ ਰਾਜ ਨਹੀਂ ਰਹਿੰਦੇ ਹੁੰਦੇ, ਉਹ ਤਹਿਸ ਨਹਿਸ ਹੋ ਜਾਂਦੇ। ਸਮਾਂ ਤਾਂ ਲੱਗਦਾ,
ਸਮਾਂ ਆਪਣੀ ਉਡੀਕ ਵਿੱਚ ਖਲੋਤਾ ਹੋਇਆ, ਉਹਨੇ ਉਹ ਕੁਛ ਕਰਨਾ ਹੀ ਕਰਨਾ ਜਦੋਂ ਕਰਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਕਿਰਪਾ ਕਰਨ। ਸੱਚੇ ਪਾਤਸ਼ਾਹ ਦਾ ਧੰਨ ਜਿਗਰਾ। ਤੇ ਇਹ ਏਡੀਆਂ ਏਡੀਆਂ ਉਹਨਾਂ ਨੇ ਮੁਸ਼ਕਿਲਾਂ ਲੋਕਾਂ ਵਾਸਤੇ ਚੱਲੀਆਂ ਤਾਂ ਕਿ ਲੋਕਾਂ ਨੂੰ ਆਜ਼ਾਦੀ ਮਿਲ ਸਕੇ। ਪਰ ਫਿਰ ਅਜੇ ਤੱਕ ਉਸੇ ਤਰ੍ਹਾਂ ਹੀ ਚੱਲੀ ਆ ਰਿਹਾ। ਰਾਜੇ ਰਾਜ ਕਮਾਉਂਦੇ, ਉਲਟੀ ਵਾੜ ਪਾ ਪਾ ਖੇਤ ਕੋ ਖਾਏ। ਅੱਜ ਵੀ ਭਾਵੇਂ ਲੋਕ ਰਾਜ ਆ, ਪਰ ਜ਼ੁਲਮ ਤਾਂ ਹੋ ਹੀ ਰਿਹਾ। ਸਰਕਾਰੀ ਤੰਤਰ, ਸਰਕਾਰੀ ਅਦਾਰੇ ਟੋਟਲ ਜ਼ੁਲਮ ਕਰਦੇ ਨੇ, ਗਰੀਬਾਂ ਨਿਮਾਣਿਆਂ ਉੱਤੇ ਆਪਣਾ ਜ਼ੋਰ ਕਰਦੇ ਨੇ। ਮੈਂ ਤਾਂ ਉਦੋਂ ਵੀ ਕਿਹਾ ਸੀ, ਅੰਗਰੇਜ਼ਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਸੜਕ ਬਣਾਈ। ਅੰਗਰੇਜ਼ਾਂ ਨੇ ਕੋਈ ਟੈਕਸ ਨਹੀਂ ਲਾਇਆ, ਕੋਈ ਟੋਲ ਪਲਾਜ਼ਾ ਨਹੀਂ ਉਹਨਾਂ ਨੇ ਲਾਇਆ। ਹੱਥਾਂ ਦੇ ਨਾਲ ਉਹਨਾਂ ਨੇ ਕਈਆਂ ਦੇ ਨਾਲ ਸੜਕ ਬਣਾਈ ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ। ਇਹਨਾਂ ਬੇਈਮਾਨਾਂ ਨੇ ਉੱਤੇ ਲੁੱਕ ਪਾ ਕੇ ਤੇ ਹੁਣ ਟੋਲ ਪਲਾਜ਼ੇ ਲਾਤੇ 20-20 ਮੀਲਾਂ ਤੇ। ਸੜਕਾਂ ਉੱਤੇ ਦਿਨੇ ਲੁੱਟਦੇ ਨੇ ਲੋਕਾਂ ਨੂੰ ਬੇਈਮਾਨ। ਚਲੋ ਹੁਣ ਲੋਕੀ ਜਾਗੇ ਨੇ, ਜੱਬੇ ਬਾਣ ਲਾਗਿਓ ਤੱਬੇ ਰੋਸ ਰਾਗ ਜਾਗਿਓ, ਕਰਨ ਲੈ ਕਮਾਨ ਹਨਿਓ ਜਵਾਨ ਬਾਣ। ਕਿਉਂਕਿ ਜਿੰਨਾ ਚਿਰ ਕੋਈ ਬਾਣ ਨਹੀਂ ਨਾ ਮਾਰਦਾ, ਉਹਨਾਂ ਚਿਰ ਰੋਸ ਵੀ ਨਹੀਂ ਮਨ ਵਿੱਚ ਆਉਂਦਾ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਰੋਸ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਗਰੀਬਾਂ ਨੂੰ ਦਿਨੇ ਦਿਹਾੜੇ ਲੁੱਟਦੇ ਹੋ। ਚਲੋ ਹੁਣ ਵੇਖੋ, ਮਹਾਰਾਜ ਕਿਰਪਾ ਕਰਨ, ਮੋਰਚੇ ਫਤਿਹ ਹੋਣ, ਲੋਕਾਂ ਨੂੰ ਨਿਆਂ ਮਿਲੇ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ, ਪੰਥ ਕੌਮ ਦੀ ਚੜ੍ਹਦੀ ਕਲਾ ਹੋਵੇ। ਭਾਈ ਸਮਾਂ ਬੜਾ ਨਾਜ਼ੁਕ ਜਾ ਰਿਹਾ, ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਚਲੋ ਇੰਨੀ ਕੁ ਹਾਜ਼ਰੀ ਮੇਰੀ ਅੱਜ ਕੋਈ ਇੱਛਾ ਤਾਂ ਨਹੀਂ ਸੀ ਹੈਗੀ ਇਸ 'ਤੇ ਬੋਲਣ ਦੀ, ਪਰ ਫਿਰ ਵੀ ਮੈਂ ਕਿਹਾ ਵੀ ਅੱਜ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਨਾਲ ਐਡਾ ਵੱਡਾ ਭਾਣਾ ਵਾਪਰਿਆ, ਐਡਾ ਵੱਡਾ ਉੱਥੇ ਘਟਨਾ ਹੋਈ ਹੈ ਚਮਕੌਰ ਦੇ ਅੰਦਰ। ਤੇ ਚਲੋ ਉਹਨਾਂ ਦੀ ਯਾਦ 'ਚ ਬੈਠ ਕੇ ਕੋਈ ਦੋ ਗੱਲਾਂ ਸੱਚੇ ਪਾਤਸ਼ਾਹ ਦੀਆਂ ਸਾਂਝੀਆਂ ਕਰੀਏ। ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤਾਂ ਬਖਸ਼ਾਂ ਕਰਨ। ਭਾਈ ਇਹ ਧਰਤੀ 'ਤੇ ਹਮੇਸ਼ਾ ਉਥਲ ਪੁਥਲ ਰਿਹਾ, ਪਰ ਜਿਹੜੇ ਧਰਮ ਕਮਾਉਂਦੇ ਨੇ, ਧਰਮ ਤੋਂ ਕੁਰਬਾਨ ਹੁੰਦੇ ਨੇ, ਉਹਨਾਂ ਨੂੰ ਫਿਰ ਲੋਕ ਕੌਮਾਂ ਯਾਦ ਕਰਦੀਆਂ ਨੇ। ਆ ਵੇਖੋ, ਚਮਕੌਰ ਤੋਂ ਕੋਈ ਦੂਰ ਨਹੀਂ ਗਾ ਕੁਰਸ਼ੇਤਰ। ਇੱਥੇ ਕਰੀਬ 36-37 ਸਿੰਘ ਸ਼ਹੀਦ ਹੋਏ ਆ ਚਮਕੌਰ। ਤੇ ਉੱਥੇ ਹਜ਼ਾਰਾਂ ਕੁਰਸ਼ੇਤਰ, ਕਿਸੇ ਨੂੰ ਸ਼ਹੀਦ ਨਹੀਂ ਕਿਹਾ ਗਿਆ ਤੇ ਕਿਸੇ ਦਾ ਕੋਈ ਸ਼ਹੀਦੀ ਮੇਲਾ ਵੀ ਨਹੀਂ ਉੱਥੇ ਮਨਾਉਂਦੇ। ਕਾਰਨ ਉਹ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਲੜੇ ਨੇ। ਤੇ ਜਿਹੜਾ ਜਰ ਜੋਰੂ ਜ਼ਮੀਨ ਦੀ ਖਾਤਰ ਲੜੇ ਉਹ ਸ਼ਹੀਦ ਨਹੀਂ ਹੁੰਦਾ। ਜਿਹੜਾ ਜ਼ੁਲਮ ਦੀ ਖਾਤਰ ਲੜੇ, ਜੋ ਗਰੀਬਾਂ ਦੀ ਖਾਤਰ ਲੜੇ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਕੋਈ ਜੰਗ ਜਰ ਜੋਰੂ ਜ਼ਮੀਨ ਵਾਸਤੇ ਨਹੀਂ ਲੜੀ। ਗੁਰੂ ਸਾਹਿਬ ਤੇ ਆਪਣੇ ਸਥਾਨ ਹੀ ਛੱਡ ਕੇ ਤੁਰ ਜਾਂਦੇ ਸੀ ਜਿੱਥੇ ਝਗੜਾ ਪੈਦਾ ਹੋ ਜਾਂਦਾ ਸੀ। ਲਓ ਭਾਈ ਸਾਂਭ ਲਓ, ਮਿੱਟੀ ਦਾ ਕੀ ਆ, ਮਿੱਟੀ ਬੜੀ ਪਈ, ਧਰਤੀ ਸਾਰੀ ਮਿੱਟੀ ਆ, ਜਿੱਥੇ ਮਰਜੀ ਚਾਹੀ ਜਾ ਸਕਦੇ, ਤੁਸੀਂ ਸਾਂਭ ਲਓ ਭਾਈ। ਇਹ ਮਿੱਟੀ ਦੀ ਖਾਤਰ ਲੜਨ ਵਾਲੇ ਜੋਰੂ ਮਾਨੇ ਇਸਤਰੀਆਂ ਦੀ ਖਾਤਰ ਮਰਨ ਵਾਲੇ, ਲੜਨ ਵਾਲੇ, ਤੇ ਜ਼ਮੀਨ ਸੋਨਿਆਂ ਦੀ ਖਾਤਰ, ਧਨ ਦੌਲਤ ਦੀ ਖਾਤਰ ਜਿਹੜਾ ਵੀ ਕੋਈ ਲੜੇ, ਜ਼ਮੀਨ ਖਾਤਰ ਆਓ ਦੇਸ਼ ਉੱਤੇ ਜਿਹੜੇ ਮਰਦੇ ਨੇ ਸਰਹੱਦਾਂ ਉੱਤੇ, ਜ਼ਮੀਨ ਖਾਤਰ ਮਰਦੇ ਨੇ, ਦੇਸ਼ ਖਾਤਰ ਮਰਦੇ ਨੇ। ਇਹਨਾਂ ਨੂੰ ਕੋਈ ਸ਼ਹੀਦੀ ਦਰਜਾ ਨਹੀਂ ਦਿੱਤਾ ਜਾ ਸਕਦਾ ਭਾਈ। ਤੇ ਇਸ ਕਰਕੇ ਕੁਰਸ਼ੇਤਰ ਵਿੱਚ ਹਜ਼ਾਰਾਂ ਲੱਖਾਂ ਬੰਦੇ ਮਰੇ, ਕੋਈ ਸ਼ਹੀਦ ਨਹੀਂ ਕਿਸੇ ਦੀ ਸ਼ਹੀਦੀ ਯਾਦਗਾਰ ਨਹੀਂ, ਨਾ ਕੋਈ ਸ਼ਹੀਦੀ ਦਿਹਾੜਾ ਮਨਾਉਂਦਾ, ਕਿਉਂਕਿ ਉਹ ਜੁਰ ਜ਼ਮੀਨ ਦੀ ਖਾਤਰ ਮਰੇ ਨੇ। ਪਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜ਼ੁਲਮ ਦੀ ਖਾਤਰ ਏਡਾ ਵੱਡਾ ਮਾਰਨ ਨੇ ਕਾਰਨਾਮਾ ਕੀਤਾ, ਆਪਣਾ ਸਰਬੰਸ ਵਾਰਿਆ। ਤੇ ਮਹਾਰਾਜ ਕਿਰਪਾ ਕਰਨ। ਭਾਈ ਗੁਰਦਾਸ ਨੇ ਇੱਕ ਵਾਰ ਲਿਖੀ, ਉਹ ਕਹਿੰਦੇ ਨੇ ਕਿ ਲੂਣ ਸਾਹਿਬ ਕਾ ਖਾਏ ਕੇ ਰਣ ਅੰਦਰ ਲੜ ਮੜੇ ਸੁਜਾਪੇ, ਸਿਰ ਵੱਡੇ ਹਥਿਆਰ ਕਰ ਵਰਿਆਮਾ ਵਰਿਆਨ ਸਿਆਪੇ। ਤਿਸ ਪਿੱਛੇ ਜੋ ਇਸਤਰੀ, ਜਿਹੜੀ ਉਹਦੀ ਘਰ ਵਾਲੀ ਹੁੰਦੀ ਹੈ ਸ਼ਹੀਦ ਦੀ, ਜਿਹੜਾ ਵਾਕਈ ਸ਼ਹੀਦ ਹੋਇਆ, ਜਿਹਨੇ ਪਹਿਲੋਂ ਧਰਮ ਕਮਾਇਆ ਹੋਵੇ,
ਮੈਂ ਕੱਲ੍ਹ ਹੀ ਭਾਈ ਗੁਰਦਾਸ ਦੀ ਵਾਰ ਇੱਕ ਸੁਣ ਰਿਹਾ ਸੀ, ਗਰਾਗੀ ਲੱਗੇ ਸੀ ਤੇ ਉਹ ਕਹਿ ਰਹੇ ਸੀ, ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀਏ, ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀਏ, ਗੁਰਮੁਖ ਸਦ ਸੰਤੋਖ ਨਾ ਲੋਭੀਏ। ਦਾ ਕਰਕੇ ਤੇ ਤਨ ਜਨੇਂਦੀ ਮਾਉ ਜੋਧਾ ਜੋਧੀਏ, ਉਹ ਸੂਰਮਾ ਜਿਹਦੇ ਅੰਦਰ ਕੋਈ ਕ੍ਰੋਧ ਨਹੀਂ ਆ, ਜਿਹਦੇ ਅੰਦਰ ਕੋਈ ਲੋਭ ਨਹੀਂ ਆ, ਜਿਹੜਾ ਆਪਣੇ ਅੰਦਰਲੇ ਵੈਰੀਆਂ ਨਾਲ ਪਹਿਲੋਂ ਲੜਿਆ ਹੋਵੇ, ਜਿਹੜਾ ਉਹ ਜਿਹੜਾ ਮਾਰਨ ਗਿਆ ਵੀ ਧਨ ਜੀਓ ਤੈਂ ਕੋ ਜਗ ਮੇ ਮੁਖ ਤੇ ਹਰ ਚਿੱਤ ਮੇ ਜੁੱਧ ਵਿਚਾਰੇ। ਮਾਰ ਕਹਿੰਦੇ ਉਹ ਧਨ ਵਾ ਜਿਹੜਾ ਆਪਣੇ ਮਨ ਦੇ ਨਾਲ ਜਿਹੜਾ ਕਹਿੰਦੇ ਖਾਲਸਾ ਸੋਚ ਜੋ ਚੜ੍ਹੇ ਤਰੰਗ ਮਨ ਉੱਤੇ ਸਵਾਰੀ ਕਰੇ। ਜਿੰਨਾ ਕਬੀਰ ਨੇ ਕਿ ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਧਰ ਲੀਜੇ। ਮਨ ਵਿੱਚ ਵੇਖੋ ਕਿੱਦਾਂ ਕ੍ਰੋਧ ਉਗਲਦਾ ਹੈ, ਕਿੱਦਾਂ ਭਾਂਬੜ ਮੱਚਦੇ ਨੇ ਕ੍ਰੋਧ ਦੇ, ਕਿੱਦਾਂ ਲੋਭ ਦੀਆਂ ਲਹਿਰਾਂ ਆਉਂਦੀਆਂ ਨੇ। ਲੋਭ ਲਹਿ ਰਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਤੇ ਬਾਣੀ ਨੇ ਤੇ ਸਪਸ਼ਟ ਹੀ ਕਿਹਾ ਕਿ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ। ਅਸਲੀ ਸੂਰਮਾ ਉਹ ਹੈ ਜਿਹੜਾ ਕ੍ਰੋਧ ਨਾਲ ਲੜਿਆ ਹੋਵੇ, ਜਿਹੜਾ ਲੋਭ ਨਾਲ ਲੜਿਆ ਹੋਵੇ, ਜਿਹੜਾ ਮੋਹ ਤੋਂ ਜਿੱਤ ਪ੍ਰਾਪਤ ਕਰ ਗਿਆ ਹੋਵੇ। ਤੇ ਜਿਹੜਾ ਇਹ ਨਾ ਅੰਦਰੋਂ ਕੋਈ ਮੋਹ ਮਰਿਆ, ਨਾ ਕ੍ਰੋਧ ਮਰਿਆ, ਨਾ ਲੋਭ ਮਰਿਆ, ਤੇ ਐਵੇਂ ਕੋਈ ਲੜ ਮਰ ਗਿਆ, ਤੇ ਉਹ ਲੇਖੇ ਨਹੀਂ ਪੈਂਦਾ। ਮਾਰ ਕਹਿੰਦੇ ਹੰਕਾਰ ਮੋਏ ਸੇ ਵਿਗਤੀ ਗਏ। ਇਹ ਜਿਹੜੇ ਬਾਬਾ ਦੀਪ ਸਿੰਘ ਵਰਗੇ ਜਾਂ ਹੋਰ ਗੁਰੂ ਕੇ ਲਾਲ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੇ ਆਪਣੇ ਆਪ ਨੂੰ ਵੀ ਜਿੱਤਿਆ ਹੋਇਆ ਸੀ, ਲੋਭ ਨੂੰ ਜਿੱਤਿਆ ਹੋਇਆ ਸੀ, ਮੋਹ ਨੂੰ ਜਿੱਤਿਆ ਹੋਇਆ ਸੀ। ਤੇ ਮਰ ਗਏ ਧਨ ਜੀਓ, ਉਹ ਧਨ ਲੋਕ ਨੇ। ਤੈਂ ਕੋ ਜਗ ਮੇ ਕੌਣ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਮਨ ਚੋਂ ਮੁਖ ਤੋਂ ਵਾਹਿ ਕਹਿਣਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਤੇ ਜੁੱਧ ਦੇ ਨਾਲ ਮਨ ਦੇ ਨਾਲ ਜੁੱਧ ਕਰਨਾ ਵਾ। ਤੇ ਕਈ ਕਹਿੰਦੇ ਨਾ ਨਾਮ ਜਪਦੇ ਆ ਮਨ ਬੜਾ ਉੱਡ ਜਾਂਦਾ, ਮਨ ਬੜੇ ਫੁਰਨੇ ਬਣਾਉਂਦਾ। ਉਦੋਂ ਜੰਗ ਹੋ ਰਹੀ ਹੁੰਦੀ ਆ। ਪਹਿਲੋਂ ਤੇ ਮਨ ਵੀ ਆਪਣੇ ਘਰ ਬੈਠਾ ਹੁੰਦਾ, ਅਸੀਂ ਆਪਣੇ ਘਰ 'ਚ ਬੈਠੇ ਹੁੰਦੇ ਆ, ਤੇ ਜਦੋਂ ਸਿਮਰਨ ਸ਼ੁਰੂ ਹੋ ਜਾਂਦਾ ਉਦੋਂ ਜੰਗ ਸ਼ੁਰੂ ਹੋ ਜਾਂਦੀ ਆ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ। ਇਹ ਜਿਹੜਾ ਨਾਮ ਨੇ ਤਿੱਖੇ ਬਾਣ ਨੇ, ਜਦੋਂ ਮਨ ਨੂੰ ਵੱਜਦੇ ਫਿਰ ਮਨ ਤੜਫਦਾ ਹੈ, ਮਨ ਅੱਗਿਓਂ ਤੀਰ ਮਾਰਦਾ। ਫਿਰ ਇੱਧਰੋਂ ਸੰਤੋਖ ਦਾ ਤੀਰ ਵੱਜਣਾ ਤੇ ਉੱਧਰੋਂ ਲੋਭ ਦਾ ਤੀਰ ਆਉਣਾ। ਇੱਧਰੋਂ ਸੰਤੋਖ ਦਾ ਤੀਰ ਚੱਲਣਾ, ਉੱਧਰੋਂ ਲੋਭ ਨੇ ਚੱਲਣਾ। ਇੱਧਰੋਂ ਨਾਮ ਨੇ ਸ਼ਾਂਤੀ ਪੈਦਾ ਕਰਨੀ, ਉੱਧਰੋਂ ਅੰਦਰੋਂ ਕ੍ਰੋਧ ਨੇ ਬਾਲਾ ਦੇਣਾ। ਇਹ ਜੰਗ ਹੋਣੀ ਬਹੁਤ ਵੱਡੀ। ਇਹ ਤਾਂ ਧੰਨ ਗੁਰੂ ਤੇਗ ਬਹਾਦਰ ਨੂੰ ਪੁੱਛੋ, ਉਹਨਾਂ ਨੇ ਕਿੱਦਾਂ ਇਕਾਂਤ ਭੋਰੇ 'ਚ ਬੈਠ ਕੇ ਕਿੱਦਾਂ ਜੰਗ ਕੀਤੀ ਸੀ। ਇੱਕ ਹੋਰ ਗੱਲ ਹੈ, ਜਿਹੜੀ ਸਰੀਰਕ ਜੰਗ ਵਾ ਉਹ ਕਿਲੇ ਬਣਾ ਕੇ ਲੜੀ ਜਾਂਦੀ ਆ, ਤੇ ਜਿਹੜੀ ਮਨ ਦੀ ਜੰਗ ਵਾ ਇਹ ਭੋਰਿਆਂ 'ਚ ਬਹਿ ਕੇ ਲੜੀ ਜਾਂਦੀ ਏ। ਸਾਧ ਸੰਗਤ ਗੁਰ ਗੁਫੇ ਬਵੇ, ਇਹ ਸੰਗਤ 'ਚ ਬੈਠ ਕੇ ਲੜੀ ਜਾਂਦੀ ਆ। ਉਹ ਬਾਹਰ ਟੋਲੀਆਂ ਫੌਜਾਂ ਬਣਾ ਕੇ ਬਾਹਰਲੀਆਂ ਲੜਾਈਆਂ ਲੜੀਆਂ ਜਾਂਦੀਆਂ ਨੇ, ਇਹ ਸੰਗਤ ਵਿੱਚ ਬੈਠ ਕੇ ਲੜਾਈਆਂ ਲੜੀਆਂ ਜਾਂਦੀਆਂ ਨੇ ਮਨ ਦੇ ਨਾਲ। ਤੇ ਉਹ ਬਾਹਰ ਹੀ ਕੋਈ ਪ੍ਰਾਪਤੀਆਂ ਕਰ ਲਈਆਂ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਮਨ ਜੀਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹ ਵੱਡਾ ਸੂਰਮਾ ਹੈ, ਉਹਨੇ ਸੰਸਾਰ ਹੀ ਸਾਰਾ ਜਿੱਤ ਲਿਆ ਭਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ ਵੀ ਜਾਂ ਕੋ ਹਰ ਰੰਗ ਲਾਗੂ ਇਸ ਜੁਗ ਮੇ, ਸੋ ਕਹੀਅਤ ਹੈ ਸੂਰਾ। ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਧੰਨ ਜੀਓ ਤੈਂ ਕੋ ਜਗ ਮੇ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਅੰਮ੍ਰਿਤ ਵੇਲੇ ਸਿੱਖ ਨੇ ਲੜਨਾ ਹੈ, ਮਨ ਦੇ ਨਾਲ ਲੜਨਾ ਹੈ, ਲੋਭ ਨਾਲ ਲੜਨਾ ਹੈ, ਕ੍ਰੋਧ ਨਾਲ ਲੜਨਾ ਹੈ, ਮੋਹ ਨਾਲ ਲੜਨਾ ਹੈ, ਹੰਕਾਰ ਨਾਲ ਲੜਨਾ ਹੈ, ਈਰਖਾ ਨਾਲ ਲੜਨਾ ਹੈ, ਦਵੈਸ਼ ਨਾਲ। ਇਹ ਅਸੀਂ ਕਮਜ਼ੋਰ ਹਾਂ, ਇਹ ਬਹੁਤ ਸ਼ਕਤੀਵਾਨ ਚੀਜ਼ਾਂ ਨੇ। ਮਾਰ ਕਿਹਾ ਅਵਰ ਪੰਚ ਹਮ ਏਕ ਜਨਾ। ਹੁਣ ਮੇਰੇ ਸਾਹਮਣੇ 5 ਬੰਦੇ ਮੈਨੂੰ ਪੈ ਗਏ, ਦੱਸੋ ਮੈਂ ਕੀ ਕਰੂੰ? ਉਹ ਹੈ ਵੀ ਤਕੜੇ, ਉਹਨਾਂ ਕੋਲ ਸਾਜੋ ਸਮਾਨ ਵੀ ਬੜਾ ਕੁੱਟਣ ਕੱਟਣ ਨੂੰ ਨਾ ਰੱਖਿਆ, ਤੇ ਇੱਕ ਬੰਦਾ ਨਿੱਥਾ ਤੇ 5 ਹਥਿਆਰਬੰਦ ਪੈ ਜਾਣ ਤੇ ਕੀ ਬਣੂ ਫਿਰ? ਤੇ ਮਾਰੇ ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ ਕਿਸ ਆਗੇ, ਕਰੀ ਪੁਕਾਰ ਜਨਾ।
ਮਹਾਰਾਜ ਕਹਿੰਦੇ ਇਹ ਲੋਭ ਮੈਨੂੰ ਨਿਤ ਲੁੱਟਦਾ ਹੈ, ਕ੍ਰੋਧ ਮੈਨੂੰ ਲੁੱਟਦਾ ਹੈ, ਕਾਮ ਲੁੱਟਦਾ ਹੈ, ਹੰਕਾਰ ਸਾਰੇ ਲੁੱਟਦੇ ਨੇ ਮੈਨੂੰ, ਤੇ ਮੈਂ ਇਕੱਲਾ ਕੀ ਕਰੂੰ ਇੱਥੇ ਹੁਣ, ਮੈਂ ਇਕੱਲਾ ਕੀ ਕਰਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇ ਅਨਿਤ ਨਾ ਨਿਤ ਰਹੇ, ਜਸ ਨਾਮ ਚੜ੍ਹੇ ਭਵ ਸਾਗਰ ਤਾਰੇ। ਮਹਾਰਾਜ ਕਹਿੰਦੇ ਆ ਸਰੀਰ ਸਦਾ ਨਹੀਂ ਰਹਿਣਾ, ਇਹ ਹੱਥੋਂ ਖੁਸ਼ਕ ਚੱਲ ਜਾਣਾ, ਪਰ ਜਿਹੜਾ ਨਾਮ ਦੇ ਜਹਾਜ਼ 'ਤੇ ਚੜ੍ਹ ਜਾਂਦੇ ਨੇ, ਜਸ ਨਾਮ ਚੜ੍ਹੇ ਭਵ ਸਾਗਰ ਤਾਰੇ। ਗਿਆਨੀ ਕੀ ਵੱਢਣੀ ਮਨੋ ਹੱਥ ਲੈ। ਮਹਾਰਾਜ ਕਹਿੰਦੇ ਤੇਰੇ ਅੰਦਰ ਬੜਾ ਕੂੜ ਕਬਾੜ ਭਰਿਆ ਪਿਆ ਵਾ, ਤੇ ਗਿਆਨ ਦੀ ਬੌਕਰ ਫੇਰ ਕੇ ਇਹਨੂੰ ਬਾਹਰ ਕੱਢ। ਗਿਆਨੀ ਕੀ ਵੱਢਣੀ, ਵੱਢਣੀ ਕਹਿੰਦੇ ਨੇ ਬੌਕਰ ਨੂੰ, ਜਿਸ ਤਰ੍ਹਾਂ ਸਵੇਰੇ ਬੀਬੀਆਂ ਬੌਕਰ ਫੇਰ ਦਿੰਦੀਆਂ ਨਾ ਤੇ ਵਿਹੜਾ ਸਾਫ਼ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਜਿਹੜਾ ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ ਆ, ਇਹ ਝਾੜੂ ਫੇਰਨਾ ਆਪਣੇ ਅੰਦਰ। ਜਿਹੜਾ ਮਨ ਉੱਤੇ ਮਿੱਟੀ ਘੱਟਾ ਲੱਗ ਜਾਂਦਾ ਨਾ ਸਾਰੀ ਦਿਹਾੜੀ। ਵੇਖੋ ਹੁਣ ਸਵੇਰੇ ਜਿੰਨੇ ਦਫ਼ਤਰ ਨੇ, ਸੜਕਾਂ ਨੇ, ਸਵੇਰੇ ਸਫਾਈ ਕਰਮਚਾਰੀ ਸਫਾਈ ਨਹੀਂ ਕਰਦੇ ਸੜਕਾਂ ਦੇ, ਸਵੇਰੇ ਲੋਕੀ ਝਾੜੂ ਫੇਰਦੇ ਨੇ, ਘਰਾਂ ਵਿੱਚ ਵੀ ਦਫ਼ਤਰਾਂ ਵਿੱਚ ਸਵੇਰੇ ਝਾੜੂ ਫੇਰਿਆ ਜਾਂਦਾ। ਮਹਾਰਾਜ ਕਹਿੰਦੇ ਇਹ ਮਨ ਵੀ ਇਸੇ ਤਰ੍ਹਾਂ ਸਾਰੀ ਦਿਹਾੜੀ ਤੇ ਮਿੱਟੀ ਘੱਟਾ ਪੈਂਦਾ ਰਹਿੰਦਾ, ਤੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਝਾੜੂ ਫੇਰਿਆ ਕਰ। ਉਹ ਕਿਹੜਾ ਗਿਆਨੇ ਕੀ ਵੱਢਣੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬਹਾਰੇ। ਤੇ ਸਾਰੀ ਕਾਇਰਤਾ ਬਾਹਰ ਸੁੱਟਦੇ ਗਿਆਨ ਦਾ ਝਾੜੂ ਫੇਰ ਕੇ। ਆਸਾ ਦੀ ਵਾਰ ਸੁਣ ਮਹਾਰਾਜ ਕਹਿੰਦੇ ਵੇਖੀ ਐ ਜਦੋਂ 3 ਘੰਟੇ ਸੁਣ ਲਈ ਨਾ ਤੂੰ ਆਸਾ ਦੀ ਵਾਰ, ਐ ਤੇਰਾ ਅੰਦਰੋਂ ਸਾਫ਼ ਹੋ ਜਾਣਾ, ਐ ਝੜ ਜਾਣਾ ਮਿੱਟੀ ਘੱਟਾ ਐ ਨਵਾਂ। ਵੇਖੋ ਹੁਣ ਸਵੇਰੇ ਬੀਬੀਆਂ ਜਿਹਨੂੰ ਪੋਚਾ ਲਾ ਦਿੰਦੀਆਂ ਨੇ ਜਾਂ ਝਾੜੂ ਫੇਰ ਦਿੰਦੀਆਂ ਨੇ, ਤੇ ਐ ਤਾਜ਼ਗੀ ਜੀ ਮਹਿਸੂਸ ਹੁੰਦੀ ਵਿਹੜੇ ਦੇ ਵਿੱਚ। ਤੇ ਨਕੰਮੀਆਂ ਨਹੀਂ ਵੀ ਕਈ ਲਾਉਂਦੀਆਂ, ਤੇ ਕਈ ਨਿਕੰਮੇ ਵੀ ਨਹੀਂ ਝਾੜੂ ਫੇਰਦੇ, ਅੰਮ੍ਰਿਤ ਵੇਲੇ ਉੱਠ ਕੇ ਰੱਬ ਰੱਬ ਨਹੀਂ ਕਰਦੇ, ਉਹ ਨਿਕੰਮੇ ਲੋਕ ਨੇ। ਤੇ ਬਾਬੇ ਫਰੀਦ ਨੇ ਤਾਈਓ ਤਾਂ ਕਿਹਾ ਸੀ ਪਿਛਲ ਰਾਤ ਨਾ ਜਾਗਿਓ ਫਰੀਦਾ, ਪਿਛਲ ਰਾਤ ਨਾ ਜਾਗਿਓ ਜਵੰਦੜੋ ਮੋਇਓ। ਤੂੰ ਤੇ ਜੀਂਦਿਆਂ ਮਰਿਆਂ ਵਿੱਚ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਦਾ, ਤੂੰ ਰੱਬ ਰੱਬ ਨਹੀਂ ਕਰਦਾ, ਤੂੰ ਤੇ ਮਰਿਆ ਹੀ ਆ। ਜੈ ਤੈ ਰੱਬ ਵਿਸਾਰਿਓ ਤਾਂ ਰੱਬ ਨਾ ਵਿਸਰਿਓ ਏ। ਤੇ ਮਹਾਰਾਜ ਕਿਰਪਾ ਕਰਨ, ਅੱਜ ਸਾਨੂੰ ਲੋੜ ਹੈ ਆਪਣੇ ਮਨ ਦੇ ਨਾਲ ਲੜਨ ਦੀ। ਬਾਹਰੀ ਲੜਾਈਆਂ ਦਾ ਤਾਂ ਰੂਪ ਬਦਲ ਗਏ। ਹੁਣ ਕੋਈ ਬਲ ਵਾਲੀਆਂ ਲੜਾਈਆਂ ਨਹੀਂ, ਹੁਣ ਬਟਨ ਨੱਪੋ ਤੇ ਸਾਰੀ ਦੁਨੀਆ ਖਤਮ ਕਰ ਦਿਓ। ਐਟਮ ਬੰਬ ਬਣੇ ਨੇ, ਮਜ਼ਾਈਲਾਂ ਬਣੀਆਂ ਨੇ, ਟੈਂਕ ਬਣੇ ਨੇ। ਹੁਣ ਕੋਈ ਬਲ ਵਾਲੀ ਲੜਾਈ ਦੀ ਲੋੜ ਨਹੀਂ ਹੈ। ਇਸ ਵੇਲੇ ਜਿਹੜਾ ਬੰਦਾ ਹਾਰ ਚੁੱਕਾ ਹੈ, ਮਨ ਦੇ ਅੱਗੇ ਹਾਰ ਚੁੱਕਾ ਹੈ, ਲੋਭ ਦੇ ਅੱਗੇ ਹਾਰ ਚੁੱਕਾ ਹੈ, ਹੰਕਾਰ ਕ੍ਰੋਧ ਅੱਗੇ ਹਾਰ ਚੁੱਕਾ ਹੈ, ਹਾਰ ਮੰਨ ਚੁੱਕਾ ਹੈ ਆਪਣੀ ਬੰਦਾ। ਤੇ ਲੜਨਾ ਹੈ। ਤੇ ਸੈਨਾ ਸਾਧ ਸਮੂਹ ਅਸੂਰ ਅਜਿਤੰ। ਮਹਾਰਾਜ ਕਹਿੰਦੇ ਜਿਹੜੀ ਸੰਗਤ ਹੁੰਦੀ ਹੈ, ਸੈਨਾ ਹੁੰਦੀ ਆ, ਤੇ ਸੈਨਾ ਦੇ ਨਾਲ ਤੂੰ ਲੜ ਕੇ ਰੱਬ ਰੱਬ ਕਰਿਆ ਕਰ, ਤੀਰ ਚਲਾਇਆ ਕਰ ਨਾਮ ਦੇ। ਇਹ ਮਨ ਜਿਸ ਕਿਲੇ 'ਚ ਵੜਿਆ, ਇਹ ਕਿਲਾ ਢਾਹ ਦੇ ਸੰਗਤ ਦੇ ਨਾਲ ਰਲ ਕੇ। ਤੇ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਚਮਕੌਰ ਦੇ ਸ਼ਹੀਦਾਂ ਨੂੰ ਪ੍ਰਣਾਮ ਨਮਸਕਾਰ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਇਹਨਾਂ ਕਹਿੰਦਾ ਦਾਸ ਖੇਮਨ ਦਾ ਜਾਚ ਗਿਆ। ਭਾਈ ਕੋਈ ਇੱਛਾ ਤਾਂ ਹੈ ਨਹੀਂ ਸੀ ਅੱਜ, ਚਲੋ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਜ਼ਰੀ ਲਵਾ ਲਈ। ਇਹਨਾਂ ਕਹਿੰਦਾ ਦਾਸ ਖੇਮਨ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।